किसान अकेडमी ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਅਸੀਂ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦੇ ਸਬਜੈਕਟ ਲਈ ਜੁੜੇ ਹੋਏ ਹਾਂ ਤੇ ਤੁਹਾਡਾ ਜਿਹੜਾ ਅੱਜ ਦਾ ਪੋਰਸ਼ਨ ਹੈ ਉਹ ਐਨਟੀਟੀ ਦੇ ਲਈ ਤੇ ਮੋਸਟ ਇੰਪੋਰਟੈਂਟ ਸਪੈਸੀਫਿਕ ਕਲਾਸ ਹੈ ਜੋ ਹੈ ਸੁਪਰਵਾਈਜ਼ਰ ਦੇ ਲਈ। ਜਿਹੜੇ ਬੱਚੇ ਸੁਪਰਵਾਈਜ਼ਰ ਦੀ ਪ੍ਰੈਪਰੇਸ਼ਨ ਕਰ ਰਹੇ ਆ ਆਪਣੇ ਨਾਲ ਬੈਚਸ ਦੇ ਵਿੱਚ ਉਹਨਾਂ ਦੇ ਲਈ ਜਿਹੜੀ ਹੈਗੀ ਡਿਸਕਸ਼ਨ ਤੇ ਜੋ ਬੱਚੇ ਫ੍ਰੀ ਆਫ ਕਾਸਟ YouTube ਦੇ ਉੱਪਰ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਲਈ ਵੀ ਜਿਹੜੀਆਂ ਹੈਗੀਆਂ ਇਹ ਬੈਨੀਫੀਸ਼ੀਅਲ ਵੀਡੀਓਜ਼ ਨੇ ਬੇਟਾ। ਤਾਂ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦੇ ਪੋਰਸ਼ਨ ਦੇ ਵਿੱਚੋਂ ਜਿਹੜੇ ਤੁਹਾਡੇ 4 ਟੌਪਿਕ ਨੂੰ ਕਵਰ ਅਪ ਕੀਤੇ ਗਏ ਨੇ ਇਸ MCQs ਦੇ ਵਿੱਚ, ਠੀਕ ਹੈ। ਤਾਂ ਆਪਾਂ ਸਟਾਰਟ ਕਰਦੇ ਹਾਂ। ਅੱਛਾ, ਜੋ ਵੀ ਬੱਚੇ ਇੰਟਰਸਟਡ ਨੇ ਬੈਚ ਨੂੰ ਲੈਣਾ ਚਾਹੁੰਦੇ ਨੇ ਸੁਪਰਵਾਈਜ਼ਰ ਦੇ ਬੈਚ ਨੂੰ ਤੇ ETT ਦੋਨੋਂ ਹੀ ਬੈਚ ਐਟ ਪ੍ਰੈਜ਼ੈਂਟ ਚੱਲ ਰਹੇ ਨੇ। ਤਾਂ ਦੋਨੋਂ ਦਾ ਸਿਲੇਬਸ ਵੀ ਆਲਮੋਸਟ ਕੰਪਲੀਟ ਹੋ ਚੁੱਕਾ, ਬਟ ਕਲਾਸਿਸ ਰਿਕਾਰਡਡ ਹੁੰਦੀਆਂ ਆਪਣੀ ਐਪ ਦੇ ਉੱਪਰ ਜਿਹੜਾ ਸਾਰਾ ਕੰਟੈਂਟ ਪਿਆ ਹੋਇਆ। ਤਾਂ ਜੋ ਵੀ ਬੱਚੇ ਲਿਮਟਿਡ ਡੇਜ਼ ਦੇ ਵਿੱਚ ਵੀ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਹੋ ਉਹ ਤੁਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਜੋ ਨੰਬਰ ਦਿੱਤਾ ਹੋਇਆ ਉਹਦੇ ਉੱਪਰ ਮੈਸੇਜ ਕਰਕੇ ਜਾਂ ਕਾਲ ਕਰਕੇ ਇਨਫੋਰਮੇਸ਼ਨ ਲੈ ਕੇ ਬੈਚ ਨੂੰ ਜੁਆਇਨ ਕਰ ਸਕਦੇ ਹੋ, ਕਿਉਂਕਿ ਤੁਸੀਂ ਲਿਮਟਿਡ ਡੇਜ਼ ਦੇ ਵਿੱਚ ਵੀ ਸੁਪਰਵਾਈਜ਼ਰ ਦੀ ETT ਦੀ ਤਿਆਰੀ ਸਾਡੇ ਨਾਲ ਕਰ ਸਕਦੇ ਹੋ ਕਿਉਂਕਿ ਸਾਰਾ ਕੰਟੈਂਟ ਉੱਤੇ ਰਿਕਾਰਡਡ ਪਿਆ ਹੋਇਆ ਤੇ ਜੋ ਵੀ ਬੱਚੇ ਥੋੜੇ ਦਿਨਾਂ ਦੇ ਵਿੱਚ ਕਵਰ ਕਰਨਾ ਚਾਹੁੰਦੇ ਨੇ ਈਜ਼ੀਲੀ ਕਵਰ ਅਪ ਕਰ ਸਕਦੇ ਆ। ਠੀਕ ਹੈ ਜੀ, ਤਾਂ ਆਪਾਂ ਸਟਾਰਟ ਕਰਦੇ ਹਾਂ ਜੀ ਅੱਜ ਦੇ MCQ। ਫਰਸਟ ਕੁਐਸਚਨ ਆਪਣੇ ਕੋਲ ਚਿਲਡਰਨ ਵਿਦ ਲਰਨਿੰਗ ਡਿਸੇਬਿਲਿਟੀ। ਠੀਕ ਹੈ, ਲਰਨਿੰਗ ਡਿਸੇਬਿਲਿਟੀ ਤੁਹਾਡੀ ਹੋ ਚੁੱਕੀ ਹੈ ਚਿਲਡਰਨ ਵਿਦ ਸਪੈਸ਼ਲ ਨੀਡ ਵਾਲੇ ਟੌਪਿਕ ਦੇ ਵਿੱਚ। ਠੀਕ ਹੈ, ਤਾਂ ਅਸੀਂ ਡਿਸਕਸ ਕੀਤਾ ਸੀਗਾ ਕਿ ਲਰਨਿੰਗ ਡਿਸੇਬਿਲਿਟੀਜ਼ ਕੀ ਹੁੰਦੀਆਂ, ਜਿਵੇਂ ਆਪਾਂ ਕਹਿਤਾ ਡਿਸਲੈਕਸੀਆ, ਡਿਸਗ੍ਰਾਫੀਆ, ਡਿਸਫੇਜ਼ੀਆ। ਠੀਕ ਹੈ, ਸਾਰੀਆਂ ਹੀ ਕੀ ਨੇ ਆਪਣੇ ਕੋਲ, ਇਹ ਸਾਰੀਆਂ ਹੀ ਆਪਣੇ ਕੋਲ ਕੀ ਨੇ ਜੀ ਲਰਨਿੰਗ ਡਿਸੇਬਿਲਿਟੀ, ਜਿਹ ਚ ਬੱਚਾ ਲਰਨਿੰਗ ਦੇ ਕਿਸੇ ਇੱਕ ਫੀਲਡ ਦੇ ਵਿੱਚ ਆ ਜਿਹੜਾ ਉਹ ਵੀਕ ਹੋਊਗਾ, ਹਨਾ। ਆਲ ਫੀਲਡ ਦੇ ਵਿੱਚ ਨਹੀਂ, ਕਿਸੇ ਇੱਕ ਆਸਪੈਕਟ ਦੇ ਵਿੱਚ ਆ ਜਿਹੜਾ ਵੀਕ ਹੋਊਗਾ। ਤਾਂ ਆਪਾਂ ਦੇਖਣਾ ਕਿ ਉਹ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਇਹਦੇ ਲਈ ਰਾਈਟ ਆ। ਤਾਂ ਚਿਲਡਰਨ ਵਿਦ ਲਰਨਿੰਗ ਡਿਸੇਬਿਲਿਟੀ ਫਰਸਟ ਆਪਸ਼ਨ ਆਪਣੇ ਕੋਲ ਕਾਂਟ ਲਰਨ ਐਨੀਥਿੰਗ, ਕਿ ਉਹ ਕੁਝ ਵੀ ਨਹੀਂ ਲਰਨ ਕਰ ਸਕਦਾ। ਨਹੀਂ ਬੇਟਾ, ਜੇ ਕਿਸੇ ਬੱਚੇ ਨੂੰ ਡਿਸਲੈਕਸੀਆ, ਠੀਕ ਹੈ, ਤਾਂ ਡਿਸਲੈਕਸੀਆ ਕਿਹਦੇ ਨਾਲ ਰਿਲੇਟਡ ਹੈਗਾ, ਸਿਰਫ ਰੀਡਿੰਗ ਦੇ ਨਾਲ ਰਿਲੇਟਡ, ਹਨਾ। ਉਹ ਬੱਚੇ ਨੂੰ ਜਿਹੜਾ ਹੈ O ਤੇ Q ਦਾ ਫਰਕ ਨਹੀਂ ਸਮਝ ਚ ਆਊਗਾ, P ਤੇ ਜਿਹੜੀ ਸਮਾਲ Q ਹੈਗੀ ਆ ਉਹਦਾ ਫਰਕ ਸਮਝ ਚ ਨਹੀਂ ਆਊਗਾ ਪੜਨ ਲੱਗਿਆ। ਠੀਕ ਹੈ, ਬਟ ਇਹ ਤਾਂ ਨਹੀਂ ਹੈਗਾ ਕਿ ਉਹ ਜਿਹੜਾ ਹੈਗਾ ਰੀਡ ਨਹੀਂ ਕਰ ਸਕਦਾ, ਮਤਲਬ ਰੀਡ ਨਹੀਂ ਕਰ ਸਕਦਾ, ਬਟ ਜਿਹੜੀ ਇਹ ਨਹੀਂ ਹੈਗਾ ਕਿ ਉਹ ਬਾਕੀ ਜਿਹੜੇ ਫੀਲਡ ਨੇ ਉਹਨਾਂ ਦੇ ਵਿੱਚ ਵੀ ਵੀਕ ਹੋਵੇ। ਠੀਕ ਹੈ, ਦੈਨ ਸੈਕੰਡ ਆਪਸ਼ਨ ਹੈਗੀ ਹੈ ਚਿਲਡਰਨ ਵਿਦ ਸਮ ਆਸਪੈਕਟ ਆਫ ਲਰਨਿੰਗ। ਠੀਕ ਹੈ, ਸਟਰਗਲ ਵਿਦ ਸਮ ਆਸਪੈਕਟ ਆਫ ਲਰਨਿੰਗ, ਸਟਰਗਲ ਕਰਦਾ ਕਿਸੇ ਆਸਪੈਕਟ ਦੇ ਨਾਲ, ਸਾਰੇ ਪੱਖ ਦੇ ਨਾਲ ਨਹੀਂ, ਕਿਸੇ ਇੱਕ ਦੇ ਆਸਪੈਕਟ ਦੇ ਨਾਲ, ਕੁਝ ਆਸਪੈਕਟਸ ਦੇ ਨਾਲ, ਕੁਝ ਪੱਖਾਂ ਦੇ ਨਾਲ। ਜਿਵੇਂ ਮੈਂ ਕਿਹਾ ਜੇ ਡਿਸਲੈਕਸੀਆ ਤਾਂ ਉਹਨੂੰ ਸਿਰਫ ਰੀਡਿੰਗ ਦੇ ਵਿੱਚ ਪ੍ਰੋਬਲਮ ਆ ਬੇਟਾ, ਇਹ ਨਹੀਂ ਹੈਗਾ ਕਿ ਉਹਨੂੰ ਉਹ ਮੈਥ ਨਹੀਂ ਕਰ ਸਕਦਾ, ਇਹ ਨਹੀਂ ਹੈਗਾ ਕਿ ਉਹ ਭਾਸ਼ਾ ਨਹੀਂ ਸਮਝ ਸਕਦਾ, ਹਨਾ। ਇਹ ਨਹੀਂ ਹੈਗਾ ਕਿ ਉਹਦੀਆਂ ਮੋਟਰ ਸਕਿੱਲ ਅੱਛੀਆਂ ਨਹੀਂ ਹੈਗੀਆਂ, ਹਾਂ ਉਹਦੀ ਲਰਨਿੰਗ ਉਹਦੀ ਜਿਹੜੀ ਰੀਡਿੰਗ ਉਹ ਅੱਛੀ ਨਹੀਂ ਆ ਡਿਸਲੈਕਸੀਆ ਦੇ ਵਿੱਚ, ਹਨਾ। ਤੇ ਇਸੇ ਤਰੀਕੇ ਨਾਲ ਡਿਫਰੈਂਟ ਲਰਨਿੰਗ ਡਿਸੇਬਿਲਿਟੀਜ਼ ਨੇ ਜੋ ਤੁਸੀਂ ਮੇਰੇ ਨਾਲ ਕਲਾਸ ਵਿੱਚ ਕਰ ਚੁੱਕੇ ਹੋ, ਹਨਾ। ਤੇ ਇਹਦਾ ਮਤਲਬ ਕੀ ਹੈ ਕਿ ਜਿਹੜੇ ਚਿਲਡਰਨ ਵਿਦ ਸਪੈਸ਼ਲ ਨੀਡ ਵਾਲੇ ਬੱਚੇ ਨੇ ਜਾਂ ਆਪਾਂ ਕਹੇ ਚਿਲਡਰਨ ਵਿਦ ਲਰਨਿੰਗ ਡਿਸੇਬਿਲਿਟੀ, ਖਾਸ ਤੌਰ ਤੇ ਲਰਨਿੰਗ ਡਿਸੇਬਿਲਿਟੀ ਵਾਲੇ ਬੱਚੇ ਨੇ ਉਹ ਬੇਟਾ ਕਿਸੇ ਖਾਸ ਫੀਲਡ ਦੇ ਵਿੱਚ, ਕਿਸੇ ਖਾਸ ਆਸਪੈਕਟ ਦੇ ਵਿੱਚ ਕਿਹਦੇ ਸਿੱਖਣ ਦੇ ਖਾਸ ਆਸਪੈਕਟ ਦੇ ਵਿੱਚ ਸਮੱਸਿਆ ਫੇਸ ਕਰ ਸਕਦੇ ਆ। ਠੀਕ ਹੈ, ਕਾਫੀ ਐਕਟਿਵ ਹੁੰਦੇ ਆ ਕਹਿੰਦੇ, ਬਟ ਉਹਨਾਂ ਦਾ IQ ਲੋ ਹੁੰਦਾ, ਲੋ। ਠੀਕ ਹੈ, ਜ਼ਰੂਰੀ ਨਹੀਂ ਹੈਗਾ ਕਿ ਉਹਨਾਂ ਦਾ IQ ਲੋ ਹੋਵੇ ਤੇ ਵੀ ਜ਼ਰੂਰੀ ਨਹੀਂ ਹੈਗਾ ਕਿ ਐਕਟਿਵ ਹੋਣ। ਦੇ ਆਰ ਵੈਰੀ ਵਾਈਜ਼ ਐਂਡ ਮੈਚੁਰ, ਇਹ ਵੀ ਰਾਈਟ ਸਟੇਟਮੈਂਟ ਨਹੀਂ ਹੈ। ਕਿ ਜਿਹੜੀ ਰਾਈਟ ਸਟੇਟਮੈਂਟ ਆ ਆਪਣੇ ਕੋਲ ਕੀ ਆ, ਲਰਨਿੰਗ ਡਿਸੇਬਿਲਿਟੀ ਵਾਲੇ ਬੱਚੇ ਉਹ ਬੱਚੇ ਹੋਣਗੇ ਜਿਹੜੇ ਕਿ ਲਰਨਿੰਗ ਦੇ ਕਿਸੇ ਇੱਕ ਫੀਲਡ ਦੇ ਵਿੱਚ ਜਾਂ ਕੁਝ ਆਸਪੈਕਟ ਦੇ ਵਿੱਚ ਆ ਜਿਹੜੀ ਸਮੱਸਿਆ ਫੇਸ ਕਰਨਗੇ। ਸੈਕੰਡ ਕੁਐਸਚਨ ਆਪਣੇ ਕੋਲ IQ ਆਫ ਚਿਲਡਰਨ ਵਿਦ ਐਵਰੇਜ ਲੈਵਲ ਆਫ ਮੇਜ਼ਰਮੈਂਟ ਇਜ਼ ਦਾ ਬੈਸਟ। ਠੀਕ ਹੈ, ਤਾਂ ਕਹਿੰਦੇ ਇੱਕ ਬੱਚੇ ਦਾ ਸਿੰਪਲ ਆਪਾਂ ਕਹੀਏ ਕਿ IQ ਹੈ, ਜਿਹੜੀ IQ ਹੁੰਦਾ ਬੁੱਧੀ ਲੱਭਤਾ, ਹਨਾ, ਜਿਹੜੀ ਕਿ ਟਰਮਨ ਨੇ ਦਿੱਤੀ ਕਿ ਬੁੱਧੀ ਲੱਭਤਾ ਕਿੰਨੀ ਆ। ਕਿਸੇ ਬੱਚੇ ਦਾ ਜੇ 70 ਤੋਂ ਘੱਟ IQ ਆ ਤਾਂ ਅਸੀਂ ਉਹਨੂੰ ਕੀ ਕੰਸੀਡਰ ਕਰਾਂਗੇ, ਹਨਾ। ਜੇ 110 ਤੋਂ ਉੱਪਰ IQ ਆ ਤਾਂ ਅਸੀਂ ਉਹਨੂੰ ਕਿਹੜੀ ਕੈਟਾਗਰੀ ਦੇ ਵਿੱਚ ਰੱਖਾਂਗੇ। ਤਾਂ ਤੁਹਾਨੂੰ ਚਾਰਟ ਭੇਜਿਆ ਗਿਆ ਸੀ, ਇਹਦੇ ਚ ਹੋਪ ਤੁਸੀਂ ਉਹ ਕਰ ਲਿਆ ਹੋਊਗਾ। ਠੀਕ ਹੈ, ਤਾਂ IQ ਜਿਹੜੇ ਹੈਗੇ ਆ ਐਵਰੇਜ IQ ਉਹਦੇ ਚ ਕਿੰਨਾ ਦਿੱਤਾ ਹੋਇਆ ਸੀ ਬੇਟਾ ਆਪਾਂ ਨੂੰ 90 ਤੋਂ ਲੈ ਕੇ 109। ਠੀਕ ਹੈ, ਤਾਂ ਆਪਾਂ ਸਿੰਪਲ ਕਈ ਵਾਰ ਤੁਹਾਨੂੰ 110 ਤੋਂ ਜਿਹੜਾ ਹੈ 100 ਤੋਂ 90 ਤੋਂ ਜਾਂ 91 ਤੋਂ ਜਿਹੜਾ ਹੈਗਾ 110 ਵੀ ਦਿੱਤਾ ਗਿਆ ਹੋ ਸਕਦਾ। ਠੀਕ ਹੈ, ਜਿਹੜਾ ਇੱਥੇ ਆਪਣੇ ਕੋਲ ਹੈ 90 ਤੋਂ 109 ਵੀ ਦਿੱਤਾ ਹੋ ਸਕਦਾ। ਠੀਕ ਹੈ, 90 ਤੋਂ 110 ਵੀ ਦਿੱਤਾ ਹੋ ਸਕਦਾ। ਠੀਕ ਹੈ, ਤੇ ਇਹ ਐਵਰੇਜ IQ ਹੁੰਦਾ।
एवरेज IQ है ਜਿਹੜਾ ਕਾਮਨ ਆ ਸਭ ਕੋਲੇ ਹੈਗਾ, ਠੀਕ ਹੈ। ਜੇ 110 ਤੋਂ ਉੱਪਰ ਆ ਤਾਂ ਉਹਦੀਆਂ ਕੈਟਾਗਰੀਜ਼ ਵਧਦੀਆਂ ਜਾਣਗੀਆਂ, ਸੁਪੀਰੀਅਰ ਆ, ਠੀਕ ਹੈ, ਵੈਰੀ ਸੁਪੀਰੀਅਰ ਆ ਜਾਂ ਜੀਨੀਅਸ ਆ। ਜੇ 130 ਦੇ ਨੇੜੇ ਤੇੜਾ IQ ਆ ਤਾਂ ਫਿਰ ਉਹ ਜੀਨੀਅਸ ਹੋ ਜਾਊਗਾ, ਹਨਾ। ਇਸੇ ਤਰੀਕੇ ਨਾਲ ਜੇ 90 ਤੋਂ ਘੱਟ IQ ਆ ਤਾਂ ਉਸੇ ਤਰੀਕੇ ਨਾਲ ਲੋ ਜਿਹੜਾ ਹੋ ਜਾਊਗਾ, ਲੋ ਐਵਰੇਜ ਹੋ ਜਾਊਗਾ। ਜਾਂ ਜੇ 70 ਤੋਂ ਘੱਟ ਹੈਗਾ, ਆਪਾਂ ਕਹੀਏ 70 ਤੋਂ ਨੀਚੇ ਜਾ ਰਿਹਾ, 50 ਤੋਂ ਨੀਚੇ ਜਾ ਰਿਹਾ, ਤਾਂ ਫਿਰ ਉਹ ਮੋਰਨ ਕੈਟਾਗਰੀਜ਼ ਦੇ ਵਿੱਚ ਜਿੱਥੇ ਬਿਲਕੁਲ ਹੀ ਬੱਚੇ ਵੀਕ ਹੁੰਦੇ ਆ, ਹਨਾ, ਉਸ ਕੈਟਾਗਰੀ ਦੇ ਵਿੱਚ ਆ ਜਾਊਗਾ, ਠੀਕ ਹੈ ਜੀ। ਤਾਂ ਜਿਹੜਾ ਹੈ ਇੰਟੈਲੀਜੈਂਟ ਕੁਐਂਸ਼ੀਐਂਟ ਹੁੰਦਾ ਹੈ ਆਪਣੇ ਕੋਲ, ਠੀਕ ਹੈ, ਜਿਹਦਾ ਮੇਨ ਸੰਬੰਧ ਹੈਗਾ ਕਿਹਦੇ ਨਾਲ, ਟਰਮਨ ਨੇ ਜਿਹੜਾ ਇੱਕ ਚਾਰਟ ਦਿੱਤਾ ਸੀ, ਉਸ ਚਾਰਟ ਦੇ ਉੱਪਰ ਅਸੀਂ ਆਹ ਵਾਲੇ ਜਿਹੜੀ ਹੈਗੀ ਆ ਇਹਨਾਂ ਦੀ ਨੰਬਰਿੰਗ ਦੱਸੀ ਹੋਈ ਹੈ, ਠੀਕ ਹੈ। ਕਈ ਵਾਰੀ ਵੀ ਪੁੱਛ ਲਿਆ ਜਾਂਦਾ ਕਿ ਜਿਹੜਾ IQ ਵਰਡ ਹੈ ਉਹ ਸਭ ਤੋਂ ਪਹਿਲਾਂ ਕਿਹਨੇ ਮਤਲਬ ਇਹਨੂੰ ਯੂਜ਼ ਕੀਤਾ ਸੀਗਾ, ਤਾਂ ਜਿਹੜਾ IQ ਵਰਡ ਹੈ ਵਿਲਹਮ ਸਟਰਨ ਨੇ ਯੂਜ਼ ਕੀਤਾ ਸੀਗਾ। ਵਿਲਹਮ ਸਟਰਨ ਨੇ ਆਪਣੀ ਇੱਕ ਬੁੱਕ ਦੇ ਵਿੱਚ ਇਹਨੂੰ ਯੂਜ਼ ਕੀਤਾ ਸੀਗਾ, ਤੇ ਉਸ ਤੋਂ ਬਾਅਦ ਇਹ IQ ਵਰਡ ਨੂੰ ਜਿਹੜਾ IQ ਫਾਰਮੂਲਾ ਦੇ ਵਿੱਚ ਲੈ ਕੇ ਆਉਣ ਵਾਲਾ ਸੀ ਉਹ ਕੌਣ ਸੀਗਾ, ਟਰਮਨ, ਠੀਕ ਹੈ। ਤੇ ਇਸ ਕਰਕੇ ਟਰਮਨ ਦਾ ਨਾਮ ਕਾਫੀ ਇੰਪੋਰਟੈਂਟ ਮੰਨਿਆ ਜਾਂਦਾ IQ ਸ਼ਬਦ ਦੇ ਨਾਲ ਰਿਲੇਟਡ, ਠੀਕ ਹੈ, ਕਿਉਂਕਿ IQ ਟੈਸਟ ਦੇ ਵਿੱਚ ਲੈ ਕੇ ਆਉਣ ਵਾਲਾ ਕੌਣ ਸੀ, ਟਰਮਨ। ਸਟਰਨ ਨੇ ਉਹਨੂੰ ਸਿਰਫ ਨਾਰਮਲ ਯੂਜ਼ ਕੀਤਾ। ਥਰਡ ਕੁਐਸਚਨ ਆਪਣੇ ਕੋਲ, BCG ਵੈਕਸੀਨ ਇਜ਼ ਫॉर ਵਿਚ ਯੂਜ਼। ਤਾਂ BCG ਵੈਕਸੀਨ ਹੈਗੀ ਆ ਜਿਹੜੀ ਉਹ ਕਿਹਦੇ ਲਈ ਯੂਜ਼ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਆਪਾਂ ਫੁੱਲ ਫਾਰਮ ਦੀ ਗੱਲ ਕਰੀਏ ਤਾਂ ਫੁੱਲ ਫਾਰਮ ਹੈ ਜੀ ਆਪਣੇ ਕੋਲ ਬੈਸਿਲਸ ਕੈਲਮੈਟ, ਠੀਕ ਹੈ, ਗਿਊਰੇਨ, ਇਹ ਹੈਗੀ ਇਹਦੀ ਫੁੱਲ ਫਾਰਮ, BCG ਦੀ ਫੁੱਲ ਫਾਰਮ, ਠੀਕ ਹੈ ਜੀ। ਜਿਹੜੀ ਬੇਟਾ BCG ਵੈਕਸੀਨ ਹੈਗੀ ਹੈ ਇਹ ਮਤਲਬ ਆਪਾਂ ਕਹੀਏ ਜਿਵੇਂ ਟਿਊਬਰਕਲੋਸਿਸ ਆ ਨਾ, ਤਾਂ ਟਿਊਬਰਕਲੋਸਿਸ ਦੇ ਲਈ ਜਿਹੜੀ ਵੈਕਸੀਨ ਆ ਇਹ ਲਾਈ ਜਾਂਦੀ ਹੈ। ਐਟ ਬਰਥ ਹੀ ਇਹ ਵੈਕਸੀਨ ਆ ਜਿਹੜੀ ਬੱਚੇ ਨੂੰ ਪ੍ਰੋਵਾਈਡ ਕਰ ਦਿੱਤੀ ਜਾਂਦੀ ਹੈ, ਠੀਕ ਹੈ। ਐਟ ਬਰਥ ਲਾਈ ਜਾਂਦੀ ਹੈ, ਇੰਟਰਾਡਰਮਲ ਲਾਈ ਜਾਂਦੀ ਹੈ। ਸਭ ਤੁਹਾਡੇ ਹੋ ਚੁੱਕੇ ਨੇ, SQ ਕੀ ਸੀਗਾ, ਇੰਟਰਡਰਮਲ ਕੀ ਸੀਗਾ, ਹਨਾ, ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਕਰਾ ਚੁੱਕੀ ਆ। ਤੇ ਜਿਹੜੀ ਇਹਦੀ ਆਪਾਂ ਕਹੀਏ ਕਿ ਕਿੰਨੀ ਦਿੱਤੀ ਜਾਊਗੀ ਐਟ ਬਰਥ, ਤਾਂ ਐਟ ਬਰਥ ਜਿਹੜਾ ਹੈਗਾ 0.5 ml ਹੈਗੀ ਹੈ ਜਿਹੜੀ ਇਹਦੀ ਡੋਜ਼ ਇੱਕ ਬੱਚੇ ਨੂੰ ਪ੍ਰੋਵਾਈਡ ਕੀਤੀ ਜਾਊਗੀ। ਬਾਈ ਚਾਂਸ, ਵੈਸੇ ਤਾਂ ਇਹ ਐਟ ਬਰਥ ਹੀ ਲਾਈ ਜਾਂਦੀ ਹੈ, ਬਟ ਬਾਈ ਚਾਂਸ ਮਿਸ ਹੋ ਗਈ ਐਟ ਬਰਥ ਤਾਂ ਫਿਰ 1 ਸਾਲ ਦੇ ਅੰਦਰ ਅੰਦਰ ਇਹ ਦੇਣੀ ਹੁੰਦੀ ਹੈ, ਠੀਕ ਹੈ। 1 ਸਾਲ ਦੇ ਅੰਦਰ ਅੰਦਰ ਐਨੀ ਹਾਊ ਦੇਣੀ ਆ, ਬਟ ਇਹਦੀ ਫਿਰ ਡੋਜ਼ ਆ ਜਿਹੜੀ ਆਪਣੇ ਕੋਲ ਘਟ ਜਾਂਦੀ ਹੈ। ਕਿੰਨੀ ਰਹਿ ਜਾਂਦੀ ਹੈਗੀ ਆ ਬੇਟਾ, 1, ਠੀਕ ਹੈ, 1 ml, 0.1 ml ਰਹਿ ਜੂਗੀ, ਠੀਕ ਹੈ ਜੀ। ਇਹਨੂੰ ਮੇਨ ਧਿਆਨ ਦੇ ਵਿੱਚ ਰੱਖਿਓ। ਇੰਟਰਾਡਰਮਲ ਲੱਗਦੀ ਹੈ ਸਾਡੀ ਅਪਰ ਲੈਫਟ ਅਪਰ ਆਰਮ ਦੇ ਉੱਪਰ ਜਿਹੜੀ ਹੈਗੀ ਆ BCG ਦਾ ਇੰਜੈਕਸ਼ਨ ਲਾਇਆ ਜਾਂਦਾ। ਕਾਹਦੇ ਲਈ ਹੁੰਦਾ ਬੇਟਾ ਇਹ, ਮੇਨ ਕਾਹਦੇ ਲਈ ਹੁੰਦਾ ਜੀ, ਮੋਸਟ ਇੰਪੋਰਟੈਂਟ ਕੁਐਸਚਨ ਆ, ਟਿਊਬਰਕਲੋਸਿਸ ਬਿਮਾਰੀ ਦੇ ਲਈ, ਠੀਕ ਹੈ ਜੀ। ਜੇ ਮੀਜ਼ਲਸ ਦੀ ਗੱਲ ਕਰਦੇ ਆ ਤਾਂ ਮੀਜ਼ਲ ਜਿਹਨੂੰ ਰੁਬੇਲਾ ਵੀ ਆਖਿਆ ਜਾਂਦਾ, 10 ਤੋਂ 14 ਦਿਨਾਂ ਦੇ ਅੰਦਰ ਅੰਦਰ ਜਿਹੜੇ ਮੀਜ਼ਲ ਆ ਇਹਦੇ ਲੱਛਣ ਦਿਖਾਈ ਦੇਣ ਲੱਗ ਜਾਂਦੇ ਆ, ਜਿਵੇਂ ਖੰਘ ਹੋ ਗਈ, ਗਲੇ ਦੇ ਵਿੱਚ ਸੋਜ ਹੋ ਗਿਆ, ਬੁਖਾਰ ਹੋ ਗਿਆ, ਰਨੀ ਨੋਜ਼ ਹੋ ਗਿਆ, ਇਸ ਤਰੀਕੇ ਦੀਆਂ ਨਾ ਪ੍ਰੋਬਲਮਸ ਨੇ ਜਿਹੜੀਆਂ ਉਹ ਆਉਂਦੀਆਂ। ਇਹਦੀ ਜਿਹੜੀ ਫਰਸਟ ਡੋਜ਼ ਹੈ ਬੇਟਾ BCG ਦੀ 1 ਹੀ ਡੋਜ਼ ਦਿੱਤੀ ਜਾਂਦੀ ਹੈ ਐਟ ਬਰਥ, ਠੀਕ ਹੈ। ਜਿਹੜਾ ਮੀਜ਼ਲ ਹੈਗਾ ਉਹਦੀ ਫਰਸਟ ਡੋਜ਼ ਹੈਗੀ ਆ ਜਿਹੜੀ ਉਹ 9 ਮੰਥ ਦੇ ਵਿੱਚ ਦਿੱਤੀ ਜਾਂਦੀ ਹੈ। ਜਦੋਂ ਬੱਚਾ 9 ਮਹੀਨੇ ਦਾ ਹੋ ਜਾਂਦਾ ਤਾਂ ਉਦੋਂ 9ਵੇਂ ਮਹੀਨੇ ਦੇ ਵਿੱਚ ਉਹਨੂੰ ਦਿੱਤੀ ਜਾਂਦੀ ਹੈ। ਤੇ ਇਹਦੇ ਨਾਲ ਹੀ ਵਿਟਾਮਿਨ A ਦਾ ਵੀ ਜਿਹੜੀਆਂ ਡ੍ਰੌਪਸ ਨੇ ਉਹ ਬੱਚੇ ਨੂੰ ਔਰਲੀ ਦਿੱਤੀਆਂ ਜਾਂਦੀਆਂ, ਠੀਕ ਹੈ। ਜਿਹੜਾ ਮੀਜ਼ਲ ਹੈ 9 ਮੰਥ ਦੇ ਵਿੱਚ, ਤੇ ਦੂਜੀ ਬੂਸਟਰ ਡੋਜ਼ ਆ ਜਿਹੜੀ ਇਹਦੇ ਚੋਂ 16 ਤੋਂ 24 ਮੰਥ ਦੇ ਵਿੱਚ, 16 ਤੋਂ 24 ਮੰਥ, ਠੀਕ ਹੈ, ਦੇ ਬਿਟਵੀਨ ਆ ਜਿਹੜੀ ਬੱਚੇ ਨੂੰ ਦਿੱਤੀ ਜਾ ਸਕਦੀ ਹੈ। ਇਸ ਤੋਂ ਬਿਨਾ ਜੇ ਆਪਾਂ ਇਹਦੀ ਡੋਜ਼ ਦੀ ਗੱਲ ਕਰਦੇ ਹਾਂ, ਮੀਜ਼ਲ 0.5 ml, ਠੀਕ ਹੈ, 0.5 ml ਆ ਜਿਹੜੀ ਇਹਦੀ ਡੋਜ਼ ਦਿੱਤੀ ਜਾਊਗੀ, ਠੀਕ ਹੈ। 9 ਮੰਥ ਦੇ ਬੱਚੇ ਨੂੰ ਦਿੱਤੀ ਜਾਊਗੀ। SQ ਲੱਗਦੀ ਹੈ ਇਹਦੀ, ਠੀਕ ਹੈ, ਸਬਕੁਟੇਨੀਅਸ ਹੁੰਦੀ ਹੈ। ਸਭ ਚੀਜ਼ਾਂ ਹੋ ਚੁੱਕੀਆਂ ਨੇ, ਮੈਂ ਤੁਹਾਨੂੰ ਇਹ ਉਲਝਾਉਣਾ ਨਹੀਂ ਚਾਹੁੰਦੀ ਕਿ ਇੰਟਰਡਰਮਲ ਕੀ ਆ, ਇੰਟਰਮਸਲ ਕੀ ਆ, ਠੀਕ ਹੈ। ਇੱਥੇ ਇਹਨਾਂ ਦੱਸ ਦਿੰਨੀ ਆ, ਇੱਕ IM ਹੁੰਦਾ ਯਾਨੀ ਕਿ ਇੰਟਰਮਸਲ, ਇੱਕ ID ਹੁੰਦਾ ਇੰਟਰਡਰਮਲ, ਤੇ ਇੱਕ ਹੁੰਦਾ SQ, ਠੀਕ ਹੈ ਜੀ। ਜਿਹੜਾ ਹੈਗਾ ਡਰਮਿਸ ਉੱਪਰ ਲੱਗਦਾ, ਠੀਕ ਹੈ, ਸਭ ਤੋਂ ਉੱਪਰ ਇਹ ਵਾਲੀ ਲੇਅਰ ਦੇ ਵਿੱਚ, ਸੈਕਿੰਡ ਤੇ ਲੱਗੂਗਾ। ਸਭ ਤੋਂ ਡੂੰਘਾ ਜਿਹੜਾ ਹੈਗਾ IM ਇੱਕ ਬੱਚੇ ਦੇ ਅੰਦਰ ਇੰਜੈਕਟ ਕੀਤਾ, ਕਿਸੇ ਦੇ ਵੀ ਬੱਚੇ ਦੇ ਨਹੀਂ, ਜਿਹਦੇ ਵੀ ਇੰਜੈਕਸ਼ਨ ਲੱਗਦਾ ਉਹ ਇਹਨਾਂ 3 ਕੈਟਾਗਰੀ ਦੇ ਵਿੱਚ ਹੀ ਪ੍ਰੋਵਾਈਡ ਕੀਤਾ ਜਾਂਦਾ। ਤੇ ਮੀਜ਼ਲ ਆ ਜਿਹੜਾ ਉਹ ਰਾਈਟ ਅਪਰ ਆਰਮ ਦੇ ਉੱਪਰ ਹੀ ਬੱਚੇ ਦੇ ਲਾਇਆ ਜਾਊਗਾ, ਠੀਕ ਹੈ ਜੀ। ਦੈਨ ਆਪਣੇ ਕੋਲ ਆ ਜਾਂਦਾ ਹੈ ਬੇਟਾ ਇੱਕ ਹੋਰ ਹੈ ਹੈਪੇਟਾਈਟਸ B, ਹੈ ਨਾ, ਹੈਪੇਟਾਈਟਸ B ਆ ਗਿਆ। ਤੇ ਹੈਪੇਟਾਈਟਸ B ਨੂੰ ਆਪਾਂ HBV ਵੀ ਬੋਲ ਦਿੰਦੇ ਆ ਨਾ, HBV ਬੋਲ ਦਿੰਦੇ ਆ। ਤੇ ਬਲੱਡ ਫਲੂਇਡ ਦੇ ਰਾਹੀਂ ਹੁੰਦਾ, ਸਭ ਤੋਂ ਪਹਿਲਾਂ ਬੋਡੀ ਫਲੂਇਡ ਦੇ ਰਾਹੀਂ ਹੋਊਗਾ, ਠੀਕ ਹੈ। ਬੋਡੀ ਫਲੂਇਡ ਦੇ ਰਾਹੀਂ ਇਹ ਬਿਮਾਰੀ ਜਿਹੜੀ ਹੋ ਜਾਂਦੀ ਹੈ ਆਪਣੇ ਕੋਲ ਹੈਪੇਟਾਈਟਸ B, ਠੀਕ ਹੈ। ਸਰੀਰ ਥਕਾਵਟ ਮਹਿਸੂਸ ਕਰਨ ਲੱਗ ਜਾਂਦਾ, ਇਸ ਚੀਜ਼ ਦੀਆਂ ਤਰੀਕੇ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਚ ਮਹਿਸੂਸ ਕੀਤੀਆਂ ਜਾਂਦੀਆਂ, ਠੀਕ ਹੈ।
ਹੈਪੇਟਾਈਟਿਸ ਵੈਕਸੀਨਾਂ ਦੇ ਜਿਹੜਾ ਬੇਟਾ ਇਹ ਸਾਨੂੰ ਲਿਵਰ ਡਿਸੀਜ਼ਸ ਤੋਂ ਤੇ ਕੈਂਸਰ ਤੋਂ ਵੀ ਕਾਫੀ ਹੱਦ ਤੱਕ ਪ੍ਰੋਟੈਕਟ ਕਰਦੀ ਆ। ਕਾਫੀ ਜ਼ਿਆਦਾ ਜਿਹੜੀ ਹੈਗੀ ਆ ਨਾ ਇੰਪੋਰਟੈਂਟ ਵੈਕਸੀਨ ਆ ਇਹ। ਜੇ ਤਾਂ ਆਪਾਂ ਨਾਰਮਲ ਗੱਲ ਕਰੀਏ ਇਹਦੀ ਦੋ ਆਪਾਂ ਕਹੀਏ ਸ਼ਡਿਊਲ ਹੋ ਸਕਦੇ ਆ ਨਾ, 2 ਸ਼ਡਿਊਲ ਫੋਲੋ ਕੀਤੇ ਜਾਂਦੇ ਆ ਅੱਜ ਕੱਲ। ਇੱਕ ਤਾਂ ਹੈਗਾ ਐਟ ਬਰਥ ਵਾਲਾ, ਠੀਕ ਹੈ, ਐਟ ਬਰਥ। ਅੱਜ ਕੱਲ ਜਿਹੜੀ ਹੈਗੀ ਇਹਦੀ ਫਰਸਟ ਡੋਜ਼ ਕਈ ਵਾਰ ਐਟ ਬਰਥ ਦੇ ਦਿੱਤੀ ਜਾਂਦੀ ਹੈ, ਦੂਜੀ ਡੋਜ਼ ਆ ਜਿਹੜੀ ਉਹ 6 ਵੀਕ ਦੇ ਬੱਚੇ ਨੂੰ ਦੇ ਦਿੱਤੀ ਜਾਂਦੀ ਹੈ, ਤੇ ਤੀਜੀ ਡੋਜ਼ ਆ ਜਿਹੜੀ ਉਹ 14 ਵੀਕ ਦੇ ਬੱਚੇ ਨੂੰ ਦਿੱਤੀ ਜਾਂਦੀ ਹੈ। ਠੀਕ ਹੈ ਜੀ। ਜਿਹੜੀ ਹੈਗੀ ਆ ਜੇ ਆਪਾਂ ਐਟ ਬਰਥ ਨਹੀਂ ਪ੍ਰੋਵਾਈਡ ਕਰਦੇ ਤਾਂ ਫਿਰ ਜਿਹੜੀ ਹੈਗੀ ਆ 6 ਵੀਕ ਦੇ ਬੱਚੇ ਨੂੰ ਫਰਸਟ ਡੋਜ਼ ਇਹਦੀ ਦਿੱਤੀ ਜਾਊਗੀ। ਠੀਕ ਹੈ, ਫਿਰ 10 ਵੀਕ ਦੇ ਬੱਚੇ ਨੂੰ ਸੈਕੰਡ ਡੋਜ਼ ਇਹਦੀ ਪ੍ਰੋਵਾਈਡ ਕੀਤੀ ਜਾਊਗੀ, ਤੇ ਨਾਲ ਹੀ 14 ਵੀਕ ਦਾ ਜਦੋਂ ਬੱਚਾ ਹੋ ਜਾਊਗਾ ਤਾਂ ਫਿਰ ਉਹਨੂੰ ਜਿਹੜੀ ਹੈਗੀ ਆ 14 ਵੀਕ ਦੇ ਬੱਚੇ ਨੂੰ ਥਰਡ ਡੋਜ਼ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ। ਕਿਉਂਕਿ ਅੱਜ ਕੱਲ ਇਹ ਪੈਂਟਾਵੈਲੈਂਟ, ਠੀਕ ਹੈ, ਪੈਂਟਾਵੈਲੈਂਟ ਤੁਹਾਨੂੰ ਕਲੀਅਰ ਹੋ ਗਿਆ ਟਰਮ, ਜਿਹਦੇ ਵਿੱਚ 5 ਜਿਹੜੇ ਹੈਗੇ ਨੇ ਇਕੱਠੀਆਂ 5 ਐਂਟੀਜਨ ਜਿਹੜੀਆਂ ਹੈਗੀਆਂ ਉਹ ਇਕੱਠੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਡਿਪਥੀਰੀਆ, ਡੀਪੀਟੀ ਯਾਨੀ ਕਿ ਡਿਪਥੀਰੀਆ ਪਰਟਿਊਸਿਸ ਟੈਟਨਸ ਦੇ ਲਈ, ਹੈਪੇਟਾਈਟਸ ਬੀ ਦੇ ਲਈ, ਠੀਕ ਹੈ, ਤੇ ਹੀਮੋਫਿਲਸ ਇਨਫਲੂਐਂਜ਼ਾ ਦੇ ਲਈ। ਇਹਨਾਂ 5 ਦੇ ਲਈ ਇਕੱਠੀ ਜਿਹੜੀ ਵੈਕਸੀਨ ਆ ਉਹ ਪੈਂਟਾਵੈਲੈਂਟ ਦੇ ਅੰਦਰ ਵੀ ਪ੍ਰੋਵਾਈਡ ਕਰ ਦਿੱਤੀ ਜਾਂਦੀ ਹੈ। ਤਾਂ 2 ਸ਼ਡਿਊਲ ਨੇ ਇੱਥੇ ਸਾਡੇ ਕੋਲ ਕਿਹਦੇ, ਹੈਪੇਟਾਈਟਸ ਬੀ ਦੇ। ਠੀਕ ਹੈ ਜੀ ਬੇਟਾ। ਉਸ ਤੋਂ ਬਿਨਾਂ ਆਪਣੇ ਕੋਲ ਆ ਗਿਆ ਡਾਇਰੀਆ। ਡਾਇਰੀਆ ਦੇ ਲਈ ਜੇ ਆਪਾਂ ਵੈਕਸੀਨ ਦੀ ਗੱਲ ਕਰਦੇ ਹਾਂ ਤਾਂ ਡਾਇਰੀਆ ਦੇ ਲਈ ਰੋਟਾ ਵੀ ਵੈਕਸੀਨ ਲਾਈ ਜਾਂਦੀ ਹੈ, ਰੋਟਾ ਵੀ। ਠੀਕ ਹੈ, ਰੋਟਾ ਵੀ ਵੈਕਸੀਨ ਕਿਹਦੇ ਲਈ ਲਾਈ ਜਾਂਦੀ ਹੈਗੀ ਆ, ਡਾਇਰੀਆ ਦੇ ਲਈ, ਜਿਹ ਚ ਕੀ ਆ ਬੱਚੇ ਨੂੰ ਲੂਜ਼ ਮੋਸ਼ਨ ਲੱਗ ਜਾਂਦੇ ਆ ਹਨਾ ਕੁਝ ਫੂਡ ਇਸ ਤਰੀਕੇ ਦਾ ਲੈਣ ਦੇ ਨਾਲ। ਤਾਂ ਰੋਟਾ ਵਾਇਰਸ ਦੀਆਂ ਜਿਹੜੀਆਂ ਹੈਗੀਆਂ 3 ਡੋਜ਼ਿਸ ਦਿੱਤੀਆਂ ਜਾਂਦੀਆਂ। ਸਭ ਤੋਂ ਪਹਿਲੀ ਗੱਲ 3 ਡੋਜ਼ਿਸ ਦਿੱਤੀਆਂ ਜਾਣਗੀਆਂ। ਤੇ ਮੋਸਟ ਇੰਪੋਰਟੈਂਟ ਗੱਲ ਇਹ ਔਰਲ ਆ। ਦੇਖੋ ਬੇਟਾ ਇੰਜੈਕਟਡ ਤੇ ਔਰਲ 2 ਤਰੀਕੇ ਦੀਆਂ ਹੋਣਗੀਆਂ। ਇੰਜੈਕਟਡ ਉਹੀ ਆ ਜੋ ਮੈਂ ਤੁਹਾਨੂੰ ਦੱਸਦਾ, ਜਾਂ ਤਾਂ ਆਈਡੀ ਲੱਗੂਗਾ, ਇੰਟਰਡਰਮਲ ਲੱਗੂਗਾ, ਜਾਂ ਇੰਟਰਮਸਲ ਲੱਗੂਗਾ, ਜਾਂ ਸਬਕੁਟੇਨੀਅਸ ਲੱਗੂਗਾ। ਠੀਕ ਹੈ, ਔਰਲ ਆ ਜਿਹੜਾ ਤੁਸੀਂ ਮੂੰਹ ਦੇ ਰਾਹੀਂ ਹੀ ਪ੍ਰੋਵਾਈਡ ਕਰਦੇ ਹੋ ਬੱਚੇ ਨੂੰ। ਜਿਵੇਂ ਆਪਾਂ ਪੋਲੀਓ ਵੈਕਸੀਨ ਦਿੰਦੇ ਆ ਤਾਂ ਰੋਟਾ ਵੀ ਮੂੰਹ ਦੇ ਰਾਹੀਂ ਪ੍ਰੋਵਾਈਡ ਕੀਤੀ ਜਾਂਦੀ ਹੈ। ਇਹਦੀ ਜਿਹੜੀ ਫਰਸਟ ਡੋਜ਼ ਹੈਗੀ ਆ ਉਹ 6 ਵੀਕ ਦੇ ਬੱਚੇ ਨੂੰ ਦਵੋਗੇ, 6 ਵੀਕ ਦੇ ਬੱਚੇ ਨੂੰ। ਸੈਕੰਡ ਡੋਜ਼ ਆ ਜਿਹੜੀ ਉਹ 10 ਵੀਕ ਦੇ ਬੱਚੇ ਨੂੰ ਪ੍ਰੋਵਾਈਡ ਕੀਤੀ ਜਾਊਗੀ, ਐਂਡ ਥਰਡ ਡੋਜ਼ ਆ ਜਿਹੜੀ 14 ਵੀਕ ਦੇ ਬੱਚੇ ਨੂੰ ਪ੍ਰੋਵਾਈਡ ਕੀਤੀ ਜਾਊਗੀ। ਠੀਕ ਹੈ ਜੀ, ਔਰਲੀ ਦਿੱਤੀ ਜਾਊਗੀ। ਐਂਡ ਆ ਜਿਹੜੀ ਡੋਜ਼ ਹੋਊਗੀ ਉਹ ਕਿੰਨੀ ਹੋਊਗੀ, 1 ml। ਠੀਕ ਹੈ ਜੀ, ਤਾਂ ਇਹ ਤੁਹਾਡਾ ਹੋਪ ਕਲੀਅਰ ਹੋ ਗਿਆ ਹੋਊਗਾ ਸਭ ਦਾ। फोर्थ क्वेश्चन अपने को मोस्ट इंपॉर्टेंट, हु आर द बेनिफिशरीज ऑफ मिशन इंद्रधनुष। ठीक है, डिफरेंट स्कीम्स आ जिहड़ी गवर्नमेंट चलाउंदी रहिंदी है, तो उहदे विचों एक हैगा इंपॉर्टेंट मिशन इंद्रधनुष। मिशन इंद्रधनुष बेटा आपां सिंपल कहिए तां इह इम्यूनाइजेशन मिशन आ, इम्यूनाइजेशन जां आपां कह दईए वैक्सीनेशन मिशन आ, ਜਿਹਦੇ ਚ ਟੀਕਾਕਰਨ ਕਰਨਾ ਮੇਨ ਉਦੇਸ਼ ਰੱਖਿਆ ਗਿਆ ਸੀ। ਕਿੰਨਾ ਦਾ ਟੀਕਾਕਰਨ, ਚਿਲਡਰਨ ਤੇ ਪ੍ਰੈਗਨੈਂਟ ਵੂਮਨ, ਯਾਨੀ ਕਿ ਬੋਥ ਆਪਣਾ ਇੱਥੇ ਆਨਸਰ ਆ, ਦੋਨਾਂ ਨੂੰ ਹੀ ਇਹਦੇ ਅੰਡਰ ਵੈਕਸੀਨੇਟ ਕਰਨਾ ਸੀ। 2014 ਦੇ ਵਿੱਚ ਇਸ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਗਿਆ ਸੀ ਤੇ ਟਾਰਗੇਟ ਰੱਖਿਆ ਗਿਆ ਸੀਗਾ ਕਿ 2020 ਤੱਕ ਜਿਹੜਾ ਹੈ 90% ਚਿਲਡਰਨ ਤੇ ਪ੍ਰੈਗਨੈਂਟ ਵੂਮਨ ਨੂੰ ਇਮਿਊਨਾਈਜ਼ ਕਰਨਾ, ਯਾਨੀ ਕਿ ਵੈਕਸੀਨੇਟ ਕੀਤਾ ਜਾਊਗਾ। ਠੀਕ ਹੈ ਜੀ, ਤਾਂ ਇਹਦੇ ਚ ਮੇਨ ਜਿਹੜੇ ਬੈਨੀਫਿਸ਼ਰੀ ਨੇ ਉਹ ਕੌਣ ਨੇ, ਔਰਤਾਂ ਤੇ ਗਰਭਵਤੀ ਔਰਤਾਂ ਤੇ ਬੱਚੇ। ਠੀਕ ਹੈ ਜੀ, ਤੈਨੂੰ ਕਾਫੀ ਹੱਦ ਤੱਕ ਆ ਜਿਹੜਾ ਅਸੀਂ ਅਚੀਵ ਕਰ ਚੁੱਕੇ ਹਾਂ। ਨੈਕਸਟ ਕੁਐਸਚਨ ਆਪਣੇ ਕੋਲ ग्लूकोज सोर्स ऑफ। ठीक है, ग्लूकोज आ ਜਿਹੜਾ ਉਹ ਕਿਹਦਾ ਸਰੋਤ ਆ। ਤਾਂ ਆਪਾਂ ਡਿਫਰੈਂਟ ਜਿਹੜਾ ਤੁਹਾਡਾ ਨਿਊਟ੍ਰੀਸ਼ਨ ਐਂਡ ਹੈਲਥ ਵਾਲਾ ਟੌਪਿਕ ਸੀ ਉਹਦੇ ਚ ਮੈਂ ਤੁਹਾਨੂੰ ਡਿਫਰੈਂਟ ਕੈਟਾਗਰੀ ਦੇ ਵਿੱਚ ਨਿਊਟ੍ਰੀਐਂਟਸ ਕਰਵਾਏ ਹਨਾ। ਮੇਨ ਕੈਟਾਗਰੀਜ਼ ਦੇ ਵਿੱਚ ਮੈਂ ਤੁਹਾਨੂੰ ਕੀ ਕਰਾਇਆ ਸੀ, ਇੱਕ ਹੁੰਦਾ એનર્ਜੀ, ਠੀਕ ਹੈ, ਇੱਕ ਹੁੰਦਾ ਜਿਨ੍ਹਾਂ ਤੋਂ ਆਪਾਂ ਨੂੰ એનર્ਜੀ ਮਿਲਦੀ ਆ। ਤਾਂ એનર્ਜੀ ਵਾਲੇ ਜਿਹੜੇ ਹੈਗੇ ਨੇ, એનર્ਜੀ ਯਾਨੀ ਕਿ ਊਰਜਾ ਜਿਨ੍ਹਾਂ ਤੋਂ ਸਾਨੂੰ ਪ੍ਰਾਪਤ ਹੁੰਦੀ ਹੈ, ਤਾਂ ਉਹ ਚ ਮੈਂ ਤੁਹਾਨੂੰ 2 ਕਰਵਾਏ ਸੀ। ਇੱਕ ਜਿਹੜਾ ਸੀ ਆਪਣੇ ਕੋਲ ਫੈਟ, ਠੀਕ ਹੈ, ਐਂਡ ਦੂਜਾ ਸੀ ਆਪਣੇ ਕੋਲ ਕਾਰਬੋਹਾਈਡਰੇਟ। ਤਾਂ ਇੱਥੇ ਮੈਂ ਪਹਿਲਾਂ ਤਾਂ ਇਹ ਕਲੀਅਰ ਕਰਨਾ ਕਿ ਜਿਹੜੀ ਕਾਰਬੋਹਾਈਡਰੇਟ ਆ ਉਹ ਗਲੂਕੋਜ਼ ਸੋਰਸ ਆ, ਠੀਕ ਹੈ, ਯਾਨੀ ਗਲੂਕੋਜ਼ ਇਹਦਾ ਸਰੋਤ ਆ। ਠੀਕ ਹੈ, ਤਾਂ ਮੈਂ ਆਪਾਂ ਇੱਥੇ ਥੋੜਾ ਜਿਹਾ ਕਾਰਬੋਹਾਈਡਰੇਟ ਬਾਰੇ ਗੱਲ ਕਰ ਲਈਏ। ਤਾਂ ਕਾਰਬੋਹਾਈਡਰੇਟ ਊਰਜਾ ਦਾ ਸਭ ਤੋਂ ਵੱਡਾ ਸਰੋਤ ਮੰਨਿਆ ਜਾਂਦਾ, ਪਹਿਲੀ ਗੱਲ। ਠੀਕ ਹੈ, ਦੂਜਾ ਇਹਦੇ ਚ ਜੇ ਆਪਾਂ ਅਨੁਪਾਤ ਦੀ ਗੱਲ ਕਰੀਏ ਤੇ ਚ ਕਾਰਬਨ, ਹਾਈਡਰੋਜਨ ਤੇ ਆਕਸੀਜਨ ਦਾ ਅਨੁਪਾਤ ਹੁੰਦਾ 1:1। ਠੀਕ ਹੈ, ਯਾਨੀ ਸਾਰਾ ਕੁਝ ਹੀ ਹੁੰਦਾ ਕਿਹੜਾ ਕਾਰਬਨ, ਠੀਕ ਹੈ, then ਹਾਈਡਰੋਜਨ ਐਂਡ ਆਕਸੀਜਨ। ਠੀਕ ਹੈ, ਤਾਂ ਊਰਜਾ ਦਾ ਪਹਿਲੇ ਦੱਸ ਚੁੱਕੀ ਹਾਂ 50 ਤੋਂ 70% ਜਿਹੜੀ ਹਿਊਮਨ ਬਾਡੀ ਨੂੰ ਊਰਜਾ ਮਿਲਦੀ ਹੈਗੀ ਉਹ ਛੇਤੀ ਤੋਂ ਛੇਤੀ ਉਹ ਇਸੇ ਦੁਆਰਾ ਕਾਰਬੋਸ ਦੇ ਦੁਆਰਾ ਹੀ ਪ੍ਰੋਵਾਈਡ ਕੀਤੀ ਜਾਂਦੀ ਆ। ਤੇ ਜ਼ਿਆਦਾਤਰ ਜਿਹੜਾ ਹੈਗਾ ਮਿੱਠੀਆਂ ਚੀਜ਼ਾਂ ਤੋਂ ਇਹ ਸਾਨੂੰ ਰਿਸੀਵ ਹੁੰਦੀ ਆ ਕਾਰਬੋਹਾਈਡਰੇਟ। ਠੀਕ ਹੈ ਜੀ, ਤਾਂ ਜਿਹੜੇ ਜੇ ਆਪਾਂ ਮੰਨ ਕੇ ਚੱਲੀਏ ਤਾਂ 2 ਕੈਟਾਗਰੀਜ਼ ਨੇ ਇਹਦੀਆਂ, ਇੱਕ ਤਾਂ ਹੋ ਗਿਆ ਗਲੂਕੋਜ਼ ਵਾਲਾ ਤੇ ਦੂਜਾ ਹੋ ਗਿਆ ਸਟਾਰਚ। ਠੀਕ ਹੈ,
ग्लूकोज ਦੇ ਵਿੱਚ ਆਪਣੇ ਕੋਲ ਕੀ ਆ ਗਿਆ, ਖੰਡ, ਗੁੜ, ਸ਼ਹਿਦ, ਗੰਨੇ ਦਾ ਰਸ, ਮਿੱਠੇ ਫਲ ਹੋ ਗਏ, ਇਹ ਗਲੂਕੋਜ਼ ਨੇ ਤੇ ਇਹਨਾਂ ਤੋਂ ਸਾਨੂੰ ਜਿਹੜੀ ਹੈਗੀ ਆ ਕਾਰਬੋਹਾਈਡਰੇਟ ਪ੍ਰਾਪਤ ਹੁੰਦੀ ਹੈ। ਠੀਕ ਹੈ, ਤਾਂ ਗਲੂਕੋਜ਼ ਮੇਨ ਸਰੋਤ ਕਿਹਦਾ ਹੈਗਾ, ਕਾਰਬੋ ਦਾ। ਤੇ ਸਟਾਰਚ ਦੇ ਵਿੱਚ ਜਿਵੇਂ ਕਣਕ ਹੋ ਗਿਆ, ਜਵਾਰ ਹੋ ਗਿਆ, ਆਲੂ, ਸ਼ੱਕਰਕੰਦੀ, ਮੱਕੀ, ਮਾਂ, ਮਸਰ, ਇਹਨਾਂ ਸਾਰਿਆਂ ਤੋਂ ਵੀ ਜਿਹੜਾ ਹੈ ਸਾਨੂੰ ਕਾਰਬੋਹਾਈਡਰੇਟ ਦੀ ਪ੍ਰਾਪਤੀ ਹੁੰਦੀ ਆ। ਕਾਰਬੋਹਾਈਡਰੇਟ ਦੇ ਆਪਾਂ ਮੇਨ ਕਾਰਜ ਦੀ ਗੱਲ ਕਰਦੇ ਆ ਕਿ ਕੀ ਮੇਨ ਕੰਮ ਹੈਗਾ, ਤਾਂ ਸਭ ਤੋਂ ਪਹਿਲਾਂ ਆਕਸੀਜਨ ਦੇ ਦੁਆਰਾ ਸਰੀਰ ਦੀ ਜਿਹੜੀ ਊਰਜਾ ਹੈਗੀ ਉਹਨੂੰ ਪੂਰਾ ਕਰਦੀ ਆ। ਆਕਸੀਜਨ ਦੇ ਰਾਹੀਂ ਸਰੀਰ ਦੇ ਵਿੱਚ ਜਿਹੜੀ O2 ਆ ਯਾਨੀ ਕਿ ਆਕਸੀਜਨ ਆ ਉਹਨੂੰ ਕੰਪਲੀਟ ਕਰਦੀ ਆ, ਪੂਰਾ ਕਰਦੀ ਆ। ਤੇ ਨਾਲ ਹੀ ਜਿਹੜਾ ਹੈਗਾ ਵਿਟਾਮਿਨ ਸੀ ਜਿਹੜਾ ਹੈਗਾ ਉਹਦਾ ਵੀ ਨਿਰਮਾਣ ਇਹ ਕਰਦੀ ਹੈ, ਕਿਹਦਾ, ਵਿਟਾਮਿਨ ਸੀ ਦਾ। ਠੀਕ ਹੈ ਜੀ, ਕਲੀਅਰ। ਤਾਂ ਜਿਹੜਾ ਹੈ ਬੱਚਿਆਂ ਦੇ ਭੋਜਨ ਦੇ ਵਿੱਚ ਜਿਹੜੀ ਹੈਗੀ ਨਾਰਮਲ ਵੀ ਭੋਜਨ ਦੇ ਵਿੱਚ ਜਿਹੜੀ ਹੈਗੀ ਹੈ 40% ਇਹਦੀ ਮਾਤਰਾ ਜ਼ਰੂਰ ਹੋਣੀ ਚਾਹੀਦੀ ਹੈ। ਠੀਕ ਹੈ, ਕਿ ਇਨਫੈਂਟ ਦੇ ਦੁਆਰਾ ਜਿਹੜੀਆਂ ਕੈਲੋਰੀਜ਼ ਨੇ, ਜੇ ਅਸੀਂ 3 ਸਾਲ ਤੋਂ ਛੋਟੇ ਬੱਚੇ ਦੇ ਲਈ ਗੱਲ ਕਰਦੇ ਹਾਂ ਤਾਂ ਉਹਨੂੰ 800 ਕੈਲੋਰੀਜ਼ ਪਰ ਡੇ ਚਾਹੀਦੀਆਂ, ਤਾਂ ਉਹਦੇ ਵਿੱਚੋਂ ਜਿਹੜੀਆਂ ਹੈਗੀਆਂ 320 ਕੈਲੋਰੀਜ਼ ਨੇ ਜਿਹੜੀਆਂ ਉਹ ਕਾਰਬੋ ਹੋਣੇ ਚਾਹੀਦੇ ਨੇ। ਠੀਕ ਹੈ, 3 ਤੋਂ 6 ਸਾਲ ਦੇ ਬੱਚੇ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਟੋਟਲ 1100 ਤੋਂ ਲੈ ਕੇ 1400 ਕੈਲੋਰੀਜ਼ ਨੀਡਡ ਹੁੰਦੀਆਂ। ਠੀਕ ਹੈ, ਕੈਲੋਰੀਜ਼ ਕੀ ਹੁੰਦੀ ਆ ਬੇਟਾ, એનર્ਜੀ ਦੀ ਯੂਨਿਟ ਆ। ਠੀਕ ਹੈ, ਜਿਹੜੀ ਤੁਹਾਨੂੰ ਊਰਜਾ ਮਿਲਦੀ ਆ ਭੋਜਨ ਤੋਂ, ਕੈਲੋਰੀਜ਼ ਨੇ, ਤਾਂ એનર્ਜੀ ਦੀ ਯੂਨਿਟ ਆ। ਤਾਂ ਉਹਦੇ ਵਿੱਚੋਂ ਸਾਨੂੰ ਜਿਹੜਾ ਹੈਗਾ 600 ਕੈਲੋਰੀਜ਼ ਨੇ ਜਿਹੜੀਆਂ ਉਹ ਕੀ ਚਾਹੀਦੀ ਹੁੰਦੀ ਆ, ਕਾਰਬੋ, ਯਾਨੀ ਕਾਰਬੋ ਸਾਨੂੰ ਕਾਫੀ ਜ਼ਿਆਦਾ ਹੈਵੀ ਮਾਤਰਾ ਦੇ ਵਿੱਚ ਚਾਹੀਦੀ ਆ। ਠੀਕ ਹੈ, ਤਾਂ ਇਹ ਤਾਂ ਸੀਗੇ ਆਪਣੇ ਕੋਲ એનર્ਜੀ ਸਰੋਤ। ਜਿਹੜਾ ਪ੍ਰੋਟੀਨ ਹੈਗਾ ਮੇਨ, ਠੀਕ ਹੈ, ਆਨਸਰ ਸਾਡਾ ਕਾਰਬੋ ਹੀ ਆ, ਬਟ ਪ੍ਰੋਟੀਨ ਦਾ ਨਾਮ ਇੱਥੇ ਆਇਆ ਤਾਂ ਪ੍ਰੋਟੀਨ ਆ ਜਿਹੜਾ ਬੇਟਾ ਉਹ ਵਾਧੇ ਦੇ ਲਈ ਤੇ ਨਿਰਮਾਣ ਦੇ ਲਈ ਜ਼ਰੂਰੀ ਆ। ਠੀਕ ਹੈ, ਵਾਧੇ ਤੇ ਨਿਰਮਾਣ ਦੇ ਲਈ ਸਿੱਲਾਂ ਦੀ ਟੁੱਟ ਭੱਜ ਦੀ ਮੁਰੰਮਤ ਕਰਨਾ, ਨਵੇਂ ਸਿੱਲ ਕ੍ਰੀਏਟ ਕਰਨਾ, ਉਹਦੇ ਚ ਕਾਫੀ ਜ਼ਿਆਦਾ ਹੈਲਪ ਆ ਜਿਹੜੀ ਉਹ ਪ੍ਰੋਟੀਨ ਦੇ ਦੁਆਰਾ ਕੀਤੀ ਜਾਂਦੀ ਹੈ। ਠੀਕ ਹੈ, ਇਮਿਊਨੋ ਐਸਿਡ ਤੋਂ ਬਣਦੀ ਹੈ ਇਹ, ਅਮੀਨੋ ਐਸਿਡ ਤੋਂ ਜਿਹੜੀ ਹੈਗੀ ਆ ਸਾਨੂੰ ਪ੍ਰੋਟੀਨ ਪੈਦਾ ਕਰਕੇ ਦਿੱਤੀ ਜਾਂਦੀ ਹੈ। ਠੀਕ ਹੈ, ਤਾਂ ਜਿਵੇਂ ਦਾਲਾਂ ਹੋ ਗਈਆਂ, ਡਿਫਰੈਂਟ ਦੁੱਧ, ਆਂਡਾ, ਇਹਨਾਂ ਸਾਰੀਆਂ ਚੀਜ਼ਾਂ ਤੋਂ ਸਾਨੂੰ ਜਿਹੜਾ ਹੈ ਮੇਨ ਪ੍ਰੋਟੀਨ ਦੀ ਪ੍ਰਾਪਤੀ ਹੁੰਦੀ ਹੈ। ਤੇ ਦਿਨ ਦੇ ਵਿੱਚ 18 ਤੋਂ 20% ਜਿਹੜਾ ਹੈਗਾ ਖੁਰਾਕ ਦਾ ਹਿੱਸਾ ਉਹ ਸਾਡੇ ਕੋਲ ਪ੍ਰੋਟੀਨ ਹੋਣਾ ਚਾਹੀਦਾ। ਠੀਕ ਹੈ ਜੀ, ਫੈਟ ਤੁਹਾਡਾ ਫੈਟ ਦੀ ਗੱਲ ਕਰਦੇ ਆ ਤਾਂ ਫੈਟ ਆ ਜਿਹੜੀ, ਦੇਖੋ ਬੇਟਾ ਵੈਸੇ ਕੀ ਹੁੰਦਾ ਕਿ ਇੱਕ ਨਾ ਸਾਡੇ ਕੋਲ ਜੇ ਅਸੀਂ ਮੰਨ ਕੇ ਚੱਲੀਏ ਨਾਰਮਲ ਤਾਂ 1 ਗ੍ਰਾਮ ਦੇ ਵਿੱਚ ਵੈਸੇ ਸਾਡੇ ਕੋਲ 4 ਜਿਹੜੇ ਹੁੰਦੇ ਆ ਕੈਲੋਰੀਜ਼ ਹੁੰਦੀਆਂ, ਬਾਕੀ ਜਿਹੜੇ ਕਾਰਬੋ ਹੋ ਗਏ, ਪ੍ਰੋਟੀਨ ਹੋ ਗਏ। ਜਿਹੜੀ ਫੈਟ ਹੁੰਦੀ ਹੈ ਨਾ ਉਹ 1 ਗ੍ਰਾਮ ਦੇ ਵਿੱਚ ਬਹੁਤ ਜ਼ਿਆਦਾ ਹੈਵੀ ਹੈ, ਤਾਂ 1 ਗ੍ਰਾਮ ਦੇ ਵਿੱਚ ਸਾਨੂੰ 9 ਜਿਹੜੀਆਂ ਹੈਗੀਆਂ ਕੈਲੋਰੀਜ਼ ਫੈਟ ਤੋਂ ਪ੍ਰਾਪਤ ਹੁੰਦੀਆਂ। ਪਹਿਲੀ ਗੱਲ ਤਾਂ ਇਹ ਬਹੁਤ ਇੰਪੋਰਟੈਂਟ ਆ। ਠੀਕ ਹੈ, ਤਾਂ ਸਾਨੂੰ ਜਿਹੜੀਆਂ 1 ਗ੍ਰਾਮ ਚਰਬੀ ਤੋਂ, ਕਿਉਂਕਿ ਬਾਕੀ ਜਿਹੜਾ ਹੈਗਾ 1 ਗ੍ਰਾਮ ਤੋਂ ਸਾਨੂੰ 4 ਕੈਲੋਰੀਜ਼ ਪ੍ਰਾਪਤ ਹੋਣਗੀਆਂ, ਬਟ ਇਹ ਜਿਹੜੀਆਂ ਹੈਗੀ ਫੈਟ ਇਹ ਚੋਂ 9 ਕੈਲੋਰੀ ਸਾਨੂੰ ਪ੍ਰਾਪਤ ਹੁੰਦੀਆਂ। ਠੀਕ ਹੈ ਜੀ, ਤਾਂ ਡੇ ਖੁਰਾਕ ਦੇ ਵਿੱਚ ਮੰਨ ਕੇ ਚੱਲੀਏ ਤਾਂ ਫੈਟ ਦਾ ਜਿਹੜਾ ਹੈਗਾ 20% ਹੋਣਾ ਚਾਹੀਦਾ। ਠੀਕ ਹੈ, ਤਾਂ ਇਹ ਤੁਹਾਡੇ ਲਈ ਇੰਪੋਰਟੈਂਟ ਹੋ ਸਕਦਾ। ਵਿਟਾਮਿਨਸ, ਤੁਹਾਡੇ ਕੋਲ ਇੱਥੇ ਵਿਟਾਮਿਨਸ ਵੀ ਆਏ ਹੋਏ ਨੇ ਹਨਾ। ਵਿਟਾਮਿਨਸ 2 ਕੈਟਾਗਰੀ ਹੁੰਦੀਆਂ, ਇੱਕ ਹੁੰਦੇ ਆ ਵਾਟਰ ਸੋਲੂਏਬਲ, ਇਹਨਾਂ ਚੋਂ ਹੀ ਬਹੁਤ ਕੁਐਸਚਨ ਪੁੱਛ ਲਏ ਜਾਂਦੇ ਆ, ਵਾਟਰ ਸੋਲੂਏਬਲ, ਤੇ ਦੂਜੇ ਹੁੰਦੇ ਆ ਫੈਟ ਸੋਲੂਏਬਲ। ਨਾਮ ਤੋਂ ਹੀ ਕਲੀਅਰ ਆ, ਵਾਟਰ ਸੋਲੂਏਬਲ ਕਿਹੜੇ ਹੋਣਗੇ, ਜਿਹੜੇ ਪਾਣੀ ਦੇ ਵਿੱਚ ਘੁਲਣਸ਼ੀਲ ਆ, ਬਹੁਤ ਛੇਤੀ ਪਾਣੀ ਦੇ ਵਿੱਚ ਘੁਲ ਜਾਣ, ਜਿਵੇਂ ਕਿ B ਤੇ C। ਠੀਕ ਹੈ, B ਤੇ C ਆ ਜਿਹੜੇ ਸਰੀਰ ਦੇ ਵਿੱਚ ਜਮਾ ਨਹੀਂ ਰਹਿ ਸਕਦੇ, ਪਾਣੀ ਦੇ ਰਾਹੀਂ ਹੀ ਆਊਟ ਹੋ ਜਾਂਦੇ ਆ। ਇੱਕ ਹੁੰਦਾ ਫੈਟ ਸੋਲੂਏਬਲ ਯਾਨੀ ਚਰਬੀ ਦੇ ਵਿੱਚ ਘੁਲਣਸ਼ੀਲ, ਜਿਹਦੇ ਕਿ ਜਿਵੇਂ A ਹੋ ਗਿਆ, D ਹੋ ਗਿਆ, E ਹੋ ਗਿਆ, K ਹੋ ਗਿਆ ਹਨਾ, ਇਹ ਸਾਰੇ ਹੈਗੇ ਆ ਜਿਹੜੇ ਸਾਡੇ ਲਿਵਰ ਦੇ ਵਿੱਚ ਜਾਂ ਚਮੜੀ ਦੇ ਹੇਠਾਂ ਚਰਬੀ ਦੇ ਵਿੱਚ ਸਮੋ ਜਾਂਦੇ ਆ। ਠੀਕ ਹੈ, ਇੱਥੇ ਮੈਂ ਥੋੜਾ ਜਿਹਾ ਚਲੋ ਅੱਗੇ ਜਾ ਕੇ ਕਲੀਅਰ ਕਰ ਦੂੰਗੀ ਕਿ ਕਿਹੜਾ ਵਿਟਾਮਿਨ ਕਿਹਦੇ ਲਈ ਜ਼ਰੂਰੀ ਹੈ ਨਾ, ਕਿ ਕੋਈ ਕੁਐਸਚਨ ਅੱਗੇ ਆਇਆ ਤਾਂ ਹੋਪ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਗਲੂਕੋਜ਼ ਮੇਨ ਸਰੋਤ, ਕਾਰਬੋਹਾਈਡਰੇਟ। ਨੈਕਸਟ ਕੁਐਸਚਨ ਆਪਣੇ ਕੋਲ, ਵਟ ਆਰ ਦਾ ਇਫੈਕਟ ਆਫ ਡੈਫੀਸ਼ੀਐਂਸੀ ਆਫ ਵਿਟਾਮਿਨ A। ਚਲੋ ਹਨਾ, ਇੱਥੇ ਕਲੀਅਰ ਹੋ ਜਾਊਗਾ ਤੁਹਾਡਾ ਵਿਟਾਮਿਨ A ਦੀ ਕਮੀ ਦੇ ਨਾਲ ਕੀ ਹੁੰਦਾ। ਠੀਕ ਹੈ, ਵਿਟਾਮਿਨ A ਸਭ ਤੋਂ ਪਹਿਲਾਂ ਕੀ ਆਪਣੇ ਕੋਲ ਫੈਟ ਸੋਲੂਏਬਲ ਆ। ਠੀਕ ਹੈ, ਇਹਦੀ ਕਮੀ ਦੇ ਨਾਲ ਨਾਈਟ ਬਲਾਈਂਡਨੈਸ ਹੋ ਜਾਂਦੀ ਹੈ, ਰਾਤ ਦਾ ਅੰਧਰਾਤਾ, ਰਾਤ ਨੂੰ ਦਿਖਣੋਂ ਹਟ ਜਾਂਦਾ, ਬਾਈਟਡ ਸਪੌਟ ਹੋ ਜਾਂਦੇ ਅੱਖਾਂ ਦੇ ਵਿੱਚ ਧੱਬੇ ਇੱਕ ਤਰੀਕੇ ਨਾਲ, ਸਕਿਨ ਡਰਾਈ ਹੋ ਜਾਂਦੀ ਹੈ, ਹੇਅਰ ਸਕਾਈ ਡਰਾਈ ਹੋ ਜਾਂਦੇ, ਆਲ ਆਫ ਥੀਸ। ਇਹ ਸਾਰੀਆਂ ਸਮੱਸਿਆਵਾਂ ਹੀ ਵਿਟਾਮਿਨ A ਦੇ ਕਰਕੇ ਮੇਨ ਆਉਂਦੀਆਂ ਨੇ। ਠੀਕ ਹੈ, ਤੇ ਵਿਟਾਮਿਨ A ਦੀ ਜਿਹੜੀ ਫਰਸਟ ਡੋਜ਼ ਹੈਗੀ ਹੈ ਉਹ ਬੱਚੇ ਨੂੰ ਮੀਜ਼ਲ ਦੇ ਇੰਜੈਕਸ਼ਨ ਦੇ ਨਾਲ ਹੀ, ਮੀਜ਼ਲ ਦੀਆਂ ਜਦੋਂ ਇੰਜੈਕਸ਼ਨ ਲੱਗਦਾ 9ਵੇਂ ਮਹੀਨੇ ਦੇ ਵਿੱਚ, ਉਹਦੇ ਨਾਲ ਹੀ ਜਿਹੜੀ ਫਰਸਟ ਡੋਜ਼ ਆ ਉਹ ਬੱਚੇ ਨੂੰ ਵਿਟਾਮਿਨ A ਦੀ ਵੀ ਦਿੱਤੀ ਜਾਂਦੀ ਹੈ। ਬਹੁਤ ਹੀ ਇੰਪੋਰਟੈਂਟ ਕੁਐਸਚਨ ਆ ਬੇਟਾ, ਇਹਨੂੰ ਮੇਨ ਧਿਆਨ ਦੇ ਵਿੱਚ ਰੱਖਿਓ। ਠੀਕ ਹੈ ਜੀ, ਇੱਥੇ ਮੈਂ ਥੋੜਾ ਜਿਹਾ ਵਿਟਾਮਿਨ A ਹੋ ਗਿਆ ਤੁਹਾਡਾ, ਵਿਟਾਮਿਨ B ਦੀ ਗੱਲ ਕਰ ਲਈਏ ਤਾਂ ਵਿਟਾਮਿਨ B ਆ ਜਿਹੜਾ, ਇਹਦੇ ਚ ਕਾਫੀ ਜ਼ਿਆਦਾ ਕੈਟਾਗਰੀਜ਼ ਹੁੰਦੀਆਂ ਨਾ, ਵਿਟਾਮਿਨ BI, B2, B3, B ਅਲੱਗ-ਅਲੱਗ। ਠੀਕ ਹੈ, ਡਿਫਰੈਂਟ। ਜਿਹੜੀ ਵਿਟਾਮਿਨ B ਹੈਗੀ ਆ ਇਹਦੀ ਕਮੀ ਦੇ ਨਾਲ ਕਿਹੜਾ ਰੋਗ ਹੋ ਜਾਂਦਾ ਹੈਗਾ, ਬੈਰੀ ਰੋਗ। ਇਹ ਬੜਾ ਹੀ ਇੰਪੋਰਟੈਂਟ ਕੁਐਸਚਨ ਆ, ਕਿਹੜਾ ਰੋਗ ਹੋ ਜਾਂਦਾ ਬੇਟਾ,
ਬੈਰੀ ਰੋਗ ਹੋ ਜਾਂਦਾ ਜਾਂ ਫਿਰ ਪਲੈਗਰਾ ਹੋ ਜਾਂਦਾ, ਯਾਨੀ ਕਿ ਜਿਹੜੀ ਸਾਡੀ ਚਮੜੀ ਹੈਗੀ ਉਹ ਬਹੁਤ ਜ਼ਿਆਦਾ ਖੁਸ਼ਕ ਹੋ ਜਾਂਦੀ ਹੈ। ਅਨੀਮੀਆ ਜਿਹੜੀਆਂ ਪ੍ਰੋਬਲਮਾਂ ਬਾਕੀਆਂ ਨਾਲ ਵੀ ਹੁੰਦੀਆਂ, ਮੂੰਹ ਦੇ ਵਿੱਚ ਛਾਲੇ ਹੋਣਾ ਹਨਾ, ਇਸ ਤਰੀਕੇ ਦੀਆਂ ਸਮੱਸਿਆਵਾਂ ਵੀ ਸਾਨੂੰ ਵਿਟਾਮਿਨ ਬੀ ਦੀ ਕਮੀ ਦੇ ਨਾਲ ਆਉਂਦੀਆਂ ਨੇ। ਵਿਟਾਮਿਨ ਸੀ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਵਿਟਾਮਿਨ ਸੀ ਸਿਟਰਸ ਫਰੂਟਾਂ ਤੋਂ ਮਿਲਦੀ ਹੈ। ਕਾਫੀ ਵਾਰ ਕੁਐਸਚਨ ਪੁੱਛਿਆ ਜਾਂਦਾ, ਯਾਨੀ ਕਿ ਖੱਟੀ ਜਾਤੀ ਦੇ ਫਲ ਨੇ ਜਿਹੜੇ, ਉਹਨਾਂ ਤੋਂ ਸਾਨੂੰ ਵਿਟਾਮਿਨ ਸੀ ਦੀ ਪ੍ਰਾਪਤੀ ਹੁੰਦੀ ਹੈ। ਬੇਟਾ ਵਿਟਾਮਿਨ ਸੀ ਜਿਹੜਾ ਹੈ ਮੋਸਟ ਇੰਪੋਰਟੈਂਟ ਹੈ। ਇਹਦੀ ਕਮੀ ਦੇ ਨਾਲ ਕਿਹੜਾ ਰੋਗ ਹੋ ਜਾਂਦਾ ਹੈਗਾ, ਸਕਰਵੀ। ਠੀਕ ਹੈ, ਚਮੜੀ ਦੇ ਨਾਲ ਰਿਲੇਟਡ ਆ ਵੀ ਇੱਕ ਤਰੀਕੇ ਦਾ ਰੋਗ, ਤਾਂ ਸਕਰਵੀ ਰੋਗ ਹੈਗਾ ਜਿਹੜਾ ਮੇਨ ਵਿਟਾਮਿਨ ਸੀ ਦੀ ਕਮੀ ਦੇ ਨਾਲ ਹੋ ਜਾਂਦਾ। ਹੱਡੀਆਂ ਵੀ ਕਮਜ਼ੋਰ ਹੁੰਦੀਆਂ ਇਹਦੇ ਨਾਲ। ਠੀਕ ਹੈ, ਦੈਨ ਆਪਣੇ ਕੋਲ ਆ ਗਿਆ ਵਿਟਾਮਿਨ ਡੀ। ਵਿਟਾਮਿਨ ਡੀ ਦੀ ਗੱਲ ਕਰਦੇ ਆ ਤਾਂ ਵਿਟਾਮਿਨ ਡੀ ਸਭ ਤੋਂ ਪਹਿਲਾਂ ਤਾਂ ਸਾਨੂੰ ਮਿਲਦਾ ਕਿਹਦੇ ਤੋਂ ਹੈਗਾ, ਸੂਰਜ ਤੋਂ, ਸੂਰਜ ਦੇ ਦੀਆਂ ਰੋਸ਼ਨੀ ਤੋਂ, ਸੂਰਜ ਦੀਆਂ ਕਿਰਨਾਂ ਤੋਂ ਨਾ। ਕਈ ਵਾਰ ਪੁੱਛ ਲਿਆ ਜਾਂਦਾ, ਸ਼ਾਇਦ ਤੁਹਾਨੂੰ ਲਾਸਟ ਦੇ ਵਿੱਚ ਕੁਐਸਚਨ ਪਾਇਆ ਵੀ ਹੋਵੇ ਕਿਸੇ ਕਲਾਸ ਦੇ ਵਿੱਚ ਨਾ, ਤਾਂ ਸੂਰਜ ਤੋਂ ਸਾਨੂੰ ਇਹਦੀ ਪ੍ਰਾਪਤੀ ਹੁੰਦੀ ਹੈ। ਇਹਦੀ ਕਮੀ ਦੇ ਨਾਲ ਬੇਟਾ ਵਿਟਾਮਿਨ ਡੀ ਦੀ ਕਮੀ ਦੇ ਨਾਲ ਹੱਡੀਆਂ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਇਹ ਮੰਨਿਆ ਜਾਂਦਾ। ਜੇ ਕੈਲਸ਼ੀਅਮ ਇੰਪੋਰਟੈਂਟ ਹੁੰਦੀ ਹੈ, ਸਿਮਿਲਰਲੀ ਵਿਟਾਮਿਨ ਡੀ ਬੜਾ ਹੀ ਇੰਪੋਰਟੈਂਟ ਹੁੰਦਾ ਤੇ ਇਹਦੇ ਨਾਲ ਰਿਕਟ ਰੋਗ ਹੋ ਜਾਂਦਾ। ਰਿਕਟ ਦੇ ਵਿੱਚ ਕੀ ਆ, ਹੱਡੀਆਂ ਬਹੁਤ ਕਮਜ਼ੋਰ ਹੋ ਜਾਂਦੀਆਂ, ਦੰਦ ਦੁੰਦ ਬਹੁਤ ਵੀਕ ਹੋਣ ਲੱਗ ਜਾਂਦੇ ਆ। ਠੀਕ ਹੈ, ਤਾਂ ਰਿਕਟ ਜਿਹੜਾ ਹੈ ਇਹਦੇ ਨਾਲ ਹੋ ਜਾਂਦਾ। ਵਿਟਾਮਿਨ ਈ ਦੀ ਗੱਲ ਕਰਦੇ ਆ ਬੇਟਾ, ਵਿਟਾਮਿਨ ਈ ਆ ਜਿਹੜਾ, ਇਹਦੇ ਨਾਲ ਔਰਤਾਂ ਦੇ ਵਿੱਚ ਜਿਹੜਾ ਹੈਗਾ ਬਾਂਝਪਨ ਦੀ ਸਮੱਸਿਆ ਆ ਜਾਂਦੀ ਹੈ, ਯਾਨੀ ਕਿ ਉਹ ਪ੍ਰੋਡਕਸ਼ਨ ਨਹੀਂ ਕਰ ਸਕਦੀਆਂ, ਬੱਚੇ ਨਹੀਂ ਪੈਦਾ ਕਰ ਸਕਦੀਆਂ। ਠੀਕ ਹੈ, ਜਾਂ ਫਿਰ ਬਹੁਤ ਜਲਦੀ ਜਿਹੜਾ ਹੈਗਾ ਉਹਨਾਂ ਦਾ ਗਰਭਪਾਤ ਹੋ ਜਾਂਦਾ, ਅਬੋਰਸ਼ਨ ਹੋ ਜਾਂਦਾ। ਠੀਕ ਹੈ ਜੀ। ਇੱਕ ਹੁੰਦਾ ਵਿਟਾਮਿਨ ਕੇ। ਵਿਟਾਮਿਨ ਕੇ ਜਿਹੜਾ ਹੈ ਬੇਟਾ ਉਹ ਖੂਨ ਦੇ ਜੰਮਣ ਦੇ ਲਈ ਜ਼ਰੂਰੀ ਹੁੰਦਾ। ਖੂਨ ਜਿਵੇਂ ਸੱਟ ਲੱਗ ਗਈ ਤੇ ਉਹ ਖੂਨ ਛੇਤੀ ਉਹਦਾ ਵਹਾਅ ਰੁਕ ਜੇ, ਉਹਦੇ ਲਈ ਸਾਡੇ ਲਈ ਵਿਟਾਮਿਨ ਕੇ ਆ ਜਿਹੜਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ। ਨੈਕਸਟ ਹੈ ਆਪਣੇ ਕੋਲ which of following nutrient complete energy through oxygen and produce vitamin C2। ਠੀਕ ਹੈ, ਤਾਂ ਇਹ ਤੁਹਾਨੂੰ ਮੈਂ ਕਰਵਾ ਹੀ ਚੁੱਕੀ ਹਾਂ। ਕਾਰਬੋਹਾਈਡਰੇਟ ਦੇ ਵਿੱਚ ਕਿ એનર્ਜੀ ਪੈਦਾ ਕਰਦਾ ਆਕਸੀਜਨ ਦੇ ਨਾਲ ਮਿਲ ਕੇ, ਤੇ ਨਾਲ ਹੀ ਵਿਟਾਮਿਨ ਸੀ ਵੀ ਪੈਦਾ ਕਰਦਾ। ਇਹ ਕਿਹੜਾ ਹੈਗਾ ਆਪਣੇ ਕੋਲ ਜੀ, ਕਾਰਬੋਹਾਈਡਰੇਟ। ਠੀਕ ਹੈ ਜੀ, ਮੋਸਟ ਇੰਪੋਰਟੈਂਟ। ਇੱਥੇ ਹੋਰ ਨਵੀਂ ਚੀਜ਼ ਆਈ ਤੁਹਾਡੇ ਕੋਲ, ਫੋਕਟ ਯਾਨੀ ਕਿ ਫਾਈਬਰ। ਫਾਈਬਰ ਬਾਰੇ ਵੀ ਮੈਂ ਦੱਸਦਾ, ਇਹ ਭੋਜਨ ਦੇ ਰੇਸ਼ੇ ਆ। ਠੀਕ ਹੈ, ਜਿਹੜੇ ਤੁਹਾਨੂੰ ਭੋਜਨ ਦੇ ਵਿੱਚ ਰੇਸ਼ੇ ਮਿਲਦੇ ਆ, ਇੱਕ ਬ੍ਰਸ਼ ਦਾ ਕੰਮ ਕਰਦੇ ਆ ਸਾਡੇ ਪੇਟ ਨੂੰ ਸਾਫ਼ ਕਰਨ ਦੇ ਵਿੱਚ, ਸਾਡੀ ਡਾਈਜੈਸ਼ਨ ਨੂੰ। ਪਾਣੀ ਹੋ ਗਿਆ ਤੇ ਫਾਈਬਰ ਹੋ ਗਿਆ, ਇਹ ਡਾਈਜੈਸ਼ਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੇ। ਇੱਕ ਬ੍ਰਸ਼ ਵਾਂਗੂ ਹੁੰਦੇ ਆ, ਜਿਵੇਂ ਤੁਸੀਂ ਖੀਰਾ ਖਾਓ, ਖੀਰੇ ਦੇ ਵਿੱਚ ਹੁੰਦੇ ਆ ਨਾ ਤਾਂ ਬਾਲ ਜੀ ਵਾਂਗੂ। ਠੀਕ ਹੈ, ਇਸੇ ਤਰੀਕੇ ਨਾਲ ਦਾਲਾਂ ਦੇ ਜਿਹੜੇ ਉੱਪਰਲੇ ਛਿੱਲੜ ਹੁੰਦੇ ਆ, ਕਣਕ ਦੀ ਰੋਟੀ ਦੇ ਛਿੱਲੜ ਹੋ ਗਏ, ਕੱਚੀਆਂ ਸਬਜ਼ੀਆਂ ਹੋ ਗਈਆਂ, ਅਮਰੂਦ ਵਗੈਰਾ ਹੋ ਗਏ ਨਾ, ਸਭ ਦੇ ਵਿੱਚ ਰੇਸ਼ੇ ਪਾਏ ਜਾਂਦੇ ਆ ਤੇ ਉਹ ਚਿਕਨਾਈ ਨਹੀਂ ਚਿਪਕਣ ਦਿੰਦੇ ਸਾਡੀਆਂ ਜਿਹੜੀਆਂ ਅੰਤੜੀਆਂ ਨੇ। ਠੀਕ ਹੈ, ਤਾਂ ਅੰਤੜੀਆਂ ਦੇ ਵਿੱਚ ਚਿਕਨਾਈ ਨਹੀਂ ਹੁੰਦੀ, ਇਸ ਕਰਕੇ ਜਿਹੜਾ ਹੈਗਾ ਕਨਸਟੀਪੇਸ਼ਨ ਨਹੀਂ ਹੁੰਦੀ ਤੇ ਸਾਡਾ ਜਿਹੜਾ ਸਰੀਰ ਹੈਗਾ ਉਹ ਠੀਕ ਰਹਿੰਦਾ। ਠੀਕ ਹੈ, 1 ਤੋਂ 3 ਸਾਲ ਤੱਕ ਦੀ ਏਜ ਦੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ ਫਾਈਬਰ ਸਾਨੂੰ 19 ਗ੍ਰਾਮ ਨੀਡਡ ਹੁੰਦਾ, ਤੇ 4 ਤੋਂ ਲੈ ਕੇ 8 ਸਾਲ ਦੀ ਉਮਰ ਤੱਕ ਫਾਈਬਰ ਆ ਜਿਹੜਾ ਉਹ ਸਾਨੂੰ ਬੇਟਾ 25 ਗ੍ਰਾਮ ਤੱਕ ਨੀਡਡ ਹੁੰਦਾ। ਠੀਕ ਹੈ ਜੀ। ਨੈਕਸਟ ਕੁਐਸਚਨ ਆਪਣੇ ਕੋਲ, ਫॉर ਗਿਫਟਡ ਚਿਲਡਰਨ ਦੇ ਲਈ ਕੀ ਹੋਊਗਾ, ਇਟਸ ਅ ਸੇਫ ਆਫ ਕੰਸੀਡਰ ਐਪਟੀਟਿਊਡ ਐਜ਼ ਸਕਿੱਲ। ਤਾਂ ਰਵਈਏ ਨੂੰ ਕੌਸ਼ਲ, ਰਵਈਆ ਜਿਹੜਾ ਹੈ ਉਹਨਾਂ ਨੂੰ ਕੌਸ਼ਲ ਕਹਿਣਾ ਸਹੀ ਆ। ਠੀਕ ਹੈ, ਇਟ ਇਜ਼ ਸੇਫ ਟੂ ਕੰਸੀਡਰ ਐਪਟੀਟਿਊਡ ਐਜ਼ ਅ ਸਕਿੱਲ, ਕਿ ਜਿਹੜਾ ਬੱਚੇ ਦਾ ਐਪਟੀਟਿਊਡ ਆ ਉਹਨੂੰ ਤੁਸੀਂ ਸਕਿੱਲ ਕਹੋਗੇ, ਰਾਈਟ ਨਹੀਂ ਆ। ਦੇਰ ਇਜ਼ ਨੋ ਨੀਡ ਟੂ ਮੋਨੀਟਰ ਪ੍ਰੋਗਰੈਸ, ਕਹਿੰਦੇ ਬੱਚੇ ਦੀ ਜਿਹੜੀ ਹੈਗੀ ਆ ਨੀਡ, ਉਹਨੂੰ ਉਹਦੀ ਪ੍ਰੋਗਰੈਸ ਨੂੰ ਮੋਨੀਟਰ ਕਰਨ ਦੀ, ਉਹ ਕਿਵੇਂ ਪ੍ਰਗਤੀ ਕਰ ਰਿਹਾ ਉਹਨੂੰ ਮੋਨੀਟਰ ਕਰਨ ਦੀ ਤੁਹਾਨੂੰ ਲੋੜ ਨਹੀਂ ਆ। ਲੋੜ ਹੈ ਬੇਸ਼ੱਕ ਉਹ ਬੱਚਾ ਗਿਫਟਡ ਆ। ਦ ਟੀਚਰ ਸ਼ੁੱਡ ਅਡਾਪਟ ਐਜ਼ ਦਾ ਸਟੂਡੈਂਟ ਚੇਂਜਸ, ਜਿਵੇਂ ਇੱਕ ਬੱਚਾ ਢਲਦਾ ਹੈਗਾ ਉਹਦੇ ਅਕੋਰਡਿੰਗ ਹੀ ਬੱਚਾ ਢਲੇ। ਬੇਟਾ ਟੀਚਰ ਢਲੇ ਬਹੁਤ ਇੰਪੋਰਟੈਂਟ ਆ। ਇੱਕ ਗਿਫਟਡ ਬੱਚਾ, ਉਹਦੀਆਂ ਨੀਡਸ ਆ ਜਿਹੜੀਆਂ ਉਹ ਸਧਾਰਨ ਬੱਚੇ ਨਾਲੋਂ ਅਲੱਗ ਨੇ। ਠੀਕ ਹੈ, ਗਿਫਟਡ ਬੱਚਾ ਕੀ ਹੁੰਦਾ, ਜਿਹੜਾ ਕਿ ਸਧਾਰਨ ਬੱਚਿਆਂ ਤੋਂ ਕਿਸੇ ਫੀਲਡ ਦੇ ਵਿੱਚ ਨਹੀਂ ਆ, ਆਪਾਂ ਕਹੀਏ ਕਾਫੀ ਜ਼ਿਆਦਾ ਅਲੱਗ-ਅਲੱਗ ਕੈਟਾਗਰੀ ਇਹਦੇ ਵਿੱਚ ਆਉਂਦੀਆਂ ਨਾ, ਤਾਂ ਇੰਟੈਲੀਜੈਂਟ ਹੋਵੇ, ਬ੍ਰਾਈਟਲੀ ਇੰਟੈਲੈਕਚੁਅਲੀ ਬ੍ਰਾਈਟ ਹੋਵੇ, ਹੈ ਨਾ। ਇੰਟੈਲੈਕਚੁਅਲੀ ਬ੍ਰਾਈਟ ਹੈਗਾ ਜਿਨ੍ਹਾਂ ਦਾ IQ 130 ਤੋਂ ਉੱਪਰ ਹੁੰਦਾ, ਤਾਂ ਉਹ ਫਿਰ ਆਪਣੇ ਲਈ ਗਿਫਟਡ ਕੈਟਾਗਰੀ ਹੋਣਗੇ। ਜਾਂ ਫਿਰ ਉਹ ਟੈਲੈਂਟਡ ਬੱਚੇ ਆ, ਕਿਸੇ ਖਾਸ ਫੀਲਡ ਦੇ ਵਿੱਚ ਬੜਾ ਹੀ ਹੁਨਰ ਰੱਖਦੇ ਆ, ਚੰਗੇ ਸਿੰਗਰ ਆ, ਚੰਗੇ ਡਰਾਮੇਬਾਜ਼ ਆ। ਠੀਕ ਹੈ, ਤੇ ਤੀਜੀ ਕੈਟਾਗਰੀ ਆਪਣੇ ਕੋਲ ਹੁੰਦੀ ਆ ਕ੍ਰੀਏਟਿਵ, ਉਹ ਜੋ ਤੁਹਾਡੀਆਂ ਕਲਾਸਿਸ ਦੇ ਵਿੱਚ ਹੋ ਚੁੱਕਿਆ, ਸਿਰਜਣਾਤਮਕ ਬੱਚੇ ਜੋ ਕੁਛ ਨਾ ਕੁਛ ਨਵਾਂ ਕ੍ਰੀਏਟ ਕਰਦੇ ਆ। ਤਾਂ ਇਹਨਾਂ ਬੱਚਿਆਂ ਦੀ ਜਿਵੇਂ ਨੀਡ ਹੁੰਦੀ ਆ ਬੇਟਾ, ਉਹਦੇ ਅਕੋਰਡਿੰਗ ਟੀਚਰ ਨੂੰ ਢਲਣਾ ਪੈਂਦਾ। ਠੀਕ ਹੈ, ਕਿਉਂਕਿ ਇਹ ਜਿਹੜੇ ਹੈਗੇ ਸਧਾਰਨ ਬੱਚਿਆਂ ਤੋਂ ਬਹੁਤ ਅੱਗੇ ਚੱਲਦੇ ਆ। The teacher should initiate and lead problem solving, ਇਹਦੇ ਚ ਟੀਚਰ ਦਾ ਇਨੀਸ਼ੀਏਟ ਕਰਨਾ ਉਹਨਾਂ ਜ਼ਰੂਰੀ ਨਹੀਂ ਹੈਗਾ, ਕਿਉਂਕਿ ਬੱਚੇ ਖੁਦ ਹੀ ਬੜੇ ਇਨੀਸ਼ੀਏਟਿਵ ਹੁੰਦੇ ਆ ਨਾ।
ਤੇ ਲੀਡ ਪ੍ਰੋਬਲਮ ਸੋਲਵਿੰਗ, ਜੇ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਲੀਡ ਕਰੂਗਾ ਟੀਚਰ। ਬਟ ਇੱਥੇ ਜਿਹੜਾ ਹੈ ਜੇ ਅਸੀਂ ਸਾਰੀਆਂ ਸਟੇਟਮੈਂਟ ਨੂੰ ਦੇਖੀਏ ਤਾਂ ਸਾਡੇ ਲਈ ਜਿਹੜਾ ਅਕੋਰਡਿੰਗ ਟੂ ਗਿਫਟਡ ਬੱਚਾ ਸਭ ਤੋਂ ਜ਼ਿਆਦਾ ਢੁਕਵੀਂ ਕਿਹੜੀ ਹੈਗੀ ਆ, ਚਿਲਡਰਨ should adopt as a teacher should adopt as a student change। ਠੀਕ ਹੈ, ਜਿਵੇਂ ਸਟੂਡੈਂਟ ਚੇਂਜ ਹੋ ਰਿਹਾ ਉਹਨੂੰ ਜਿਵੇਂ ਦਾ ਇਨਰਿਚਮੈਂਟ ਵਾਲਾ ਕਰਿਕੂਲਮ ਚਾਹੀਦਾ, ਜਿਵੇਂ ਦੀ ਐਕਲੀਰੇਸ਼ਨ ਚਾਹੀਦੀ ਹੈ, ਉਸੇ ਤਰੀਕੇ ਦੀ ਐਕਲੀਰੇਸ਼ਨ ਕੇਅਰ ਬੱਚੇ ਨੂੰ ਪ੍ਰੋਵਾਈਡ ਕੀਤੀ ਜਾਵੇ। ਨੈਕਸਟ ਕੁਐਸਚਨ ਹੈ ਬੇਟਾ ਆਪਣੇ ਕੋਲ, ਹਾਊ ਮੈਨੀ ਟਾਈਪ ਆਫ ਮੈਂਟਲ ਰਿਟਾਰਡੇਸ਼ਨ। ਇਹ ਵੀ ਚਿਲਡਰਨ ਵਿਦ ਸਪੈਸ਼ਲ ਨੀਡ ਦੇ ਟੌਪਿਕ ਦੇ ਵਿੱਚੋਂ ਹੀ ਆ, ਹੋਪ ਤੁਹਾਡਾ ਪਹਿਲਾਂ ਵੀ ਕਿਤੇ ਹੋ ਚੁੱਕਾ ਹੋਵੇ, ਹੈ ਨਾ। ਤਾਂ ਜਿਹੜੀਆਂ ਸਾਡੇ ਕੋਲ ਮੈਂਟਲ ਰਿਟਾਰਡੇਸ਼ਨ ਦੀਆਂ ਨੇ ਉਹ ਬੇਟਾ 4 ਕੈਟਾਗਰੀਜ਼ ਹੁੰਦੀਆਂ ਨੇ। ਉਹ 4 ਕਿਹੜੀਆਂ ਕੈਟਾਗਰੀਜ਼ ਨੇ? ਸਭ ਤੋਂ ਪਹਿਲਾਂ ਆ ਗਈ ਮਾਈਲਡ ਉਹ ਹੁੰਦੇ ਨੇ ਜਿਨ੍ਹਾਂ ਦਾ IQ 50 ਤੋਂ 70 ਜਿਹੜਾ ਹੈਗਾ ਦੇ ਬਿਟਵੀਨ ਹੋਵੇ। ਠੀਕ ਹੈ, ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ 90 ਤੋਂ ਘੱਟ IQ ਵਾਲੇ, 70 ਤੱਕ ਆਪਾਂ ਫੇਰ ਵੀ ਠੀਕ ਮੰਨ ਕੇ ਚੱਲਦੇ ਹਾਂ, ਬਟ 70 ਤੋਂ ਨੀਚੇ ਵਾਲੇ ਸਾਰੇ ਹੀ ਮੈਂਟਲੀ ਰਿਟਾਰਡੇਸ਼ਨ ਦੇ ਵਿੱਚ ਆਪਾਂ ਰੱਖਦੇ ਹਾਂ। ਠੀਕ ਹੈ, ਮੈਂਟਲ ਰਿਟਾਰਡੇਸ਼ਨ ਜਾਂ ਮੈਂਟਲ ਡਿਸੇਬਿਲਿਟੀ ਦੇ ਅੰਡਰ ਰੱਖੇ ਜਾਂਦੇ ਆ। ਦੂਜੀ ਕੈਟਾਗਰੀ ਵਿੱਚ ਹੈ ਮੋਡਰੇਟ ਉਹ ਹੁੰਦੇ ਨੇ ਜਿਨ੍ਹਾਂ ਦਾ IQ 50 ਤੋਂ 30 ਦੇ ਵਿਚਕਾਰ ਹੋਵੇ। ਠੀਕ ਹੈ, ਤੀਜੀ ਕੈਟਾਗਰੀ ਹੁੰਦੀ ਹੈ ਬੇਟਾ ਸਵੇਅਰ, ਜਿਹਦੇ ਵਿੱਚ ਆਪਣੇ ਕੋਲ IQ 30 ਤੋਂ 20 ਦੇ ਬਿਟਵੀਨ ਹੋਵੇ। ਠੀਕ ਹੈ ਜੀ, ਤੇ ਲਾਸਟ ਹੁੰਦੇ ਆ ਪ੍ਰੋਫਾਉਂਡ, ਬਹੁਤ ਹੀ ਜ਼ਿਆਦਾ, ਜਾਨੀ ਜਿਹੜੇ ਹੈ ਨਾ ਮੈਂਟਲੀ ਰਿਟਾਰਡ ਨੇ ਤਾਂ 20 ਤੋਂ ਲੈਸ, 20 ਤੋਂ ਘੱਟ। ਠੀਕ ਹੈ, ਤਾਂ 4 ਕੈਟਾਗਰੀ ਨੇ ਮੈਂਟਲ ਰਿਟਾਰਡੇਸ਼ਨ ਦੀਆਂ, ਤਾਂ ਇਹਨੂੰ ਮੇਨ ਧਿਆਨ ਦੇ ਵਿੱਚ ਰੱਖਿਓ। ਮੈਂਟਲ ਰਿਟਾਰਡੇਸ਼ਨ IQ ਘੱਟ ਹੁੰਦਾ ਬੇਸਿਕਲੀ ਮੈਂਟਲ ਰਿਟਾਰਡੇਸ਼ਨ ਦੇ ਵਿੱਚ। ਠੀਕ ਹੈ, ਤੇ ਇਹਨਾਂ ਬੱਚਿਆਂ ਨੂੰ ਤੁਸੀਂ ਬਹੁਤਾ ਕੁਛ ਤਾਂ ਸਿਖਾ ਨਹੀਂ ਸਕਦੇ, ਇਹਨਾਂ ਨੂੰ ਜਿਹੜੀਆਂ ਡੇਲੀ ਲਾਈਫ ਦੀਆਂ ਚੀਜ਼ਾਂ ਨੇ ਬੇਟਾ ਉਹ ਸਿਖਾਈਆਂ ਜਾਣਗੀਆਂ। ਬਰਸ਼ਿੰਗ, ਆਪਣੀ ਬਾਥ ਕੇਅਰ ਲੈਣਾ, ਹਨਾ, ਖਾਣਾ ਖਾਣਾ, ਬੇਸਿਕ ਚੀਜ਼ਾਂ, ਥੋੜਾ ਇੰਟਰਟੇਨਮੈਂਟ, ਜ਼ਿੰਦਗੀ ਨੂੰ ਇੰਜੋਏ ਕਰਨਾ, ਲਾਈਫ ਲਈ ਤਿਆਰ ਕਰਨਾ, ਛੋਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਤੁਸੀਂ ਸਿਖਾਓਗੇ। 10 ਕੁਐਸਚਨ ਆਪਣੇ ਕੋਲ ਹੈ ਸੈਰੇਬਲ ਪੈਲਿਸੀ ਬੇਟਾ ਲੋਕੋਮੋਟਰ ਡਿਸੇਬਿਲਿਟੀ ਹੁੰਦੀ ਹੈ। ਲੋਕੋਮੋਟਰ ਡਿਸੇਬਿਲਿਟੀ ਬੇਸਿਕਲੀ 2 ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ। ਇੱਕ ਤਾਂ ਹੋਗੀ ਮਸਲ ਐਂਡ ਬੋਨ ਦੇ ਰਿਲੇਟਡ ਹੋ ਸਕਦੀ ਹੈ ਨਾ, ਮਸਲ ਐਂਡ ਬੋਨ ਕਿ ਆਪਣੀ ਕੋਈ ਸੱਟ ਵੱਜ ਗਈ ਇਸ ਕਰਕੇ ਆਪਾਂ ਨਹੀਂ ਚੱਲ ਪਾ ਰਹੇ ਜਾਂ ਤੁਰ ਪਾ ਰਹੇ। ਇੱਕ ਹੁੰਦਾ ਨਿਊਰੋਲੋਜੀਕਲ ਹੁੰਦਾ ਜਿਵੇਂ ਦਿਮਾਗ ਦੇ ਵਿੱਚ ਹੀ ਕੋਈ ਪ੍ਰੋਬਲਮ ਹੋ ਗਈ, ਕਿਉਂਕਿ ਅਸੀਂ ਸਾਰੀਆਂ ਐਕਟੀਵਿਟੀ ਸਾਡੇ ਦਿਮਾਗ ਨੇ ਇੰਸਟਰਕਸ਼ਨ ਦੇਣੀਆਂ ਤਾਂ ਕਰਨੀਆਂ ਨਾ, ਮੇਰਾ ਦਿਮਾਗ ਹੀ ਪ੍ਰੋਪਰ ਇੰਸਟਰਕਸ਼ਨ ਨਹੀਂ ਦਊਗਾ ਤਾਂ ਮੇਰਾ ਹੱਥ ਇਸ ਟਾਈਮ ਇੱਥੇ ਨਿਊਰੋਲੋਜੀਕਲ ਨਹੀਂ ਸੀ ਲਿਖ ਸਕਦਾ ਜੇ ਮੇਰੇ ਦਿਮਾਗ ਨੇ ਕਮਾਂਡ ਨਾ ਦਿੱਤੀ ਹੁੰਦੀ ਹੈ ਨਾ। ਤੇ ਜੇ ਤੁਹਾਡਾ ਦਿਮਾਗ ਹੀ ਕਮਾਂਡ ਦੇਣੋਂ ਹਟ ਜੇ ਤਾਂ ਉਹਦੇ ਵਿੱਚ ਫਿਰ ਜਿਹੜਾ ਹੈਗਾ ਤੁਹਾਡੀਆਂ ਬੋਡੀ ਮੂਵਮੈਂਟ ਤੁਸੀਂ ਨਹੀਂ ਕਰ ਪਾਉਂਦੇ, ਤਾਂ ਉਹ ਲੋਕੋਮੋਟਰ ਡਿਸੇਬਿਲਿਟੀਜ਼ ਹੁੰਦੀਆਂ ਨੇ। ਤਾਂ ਜਿਹੜੀ ਸੈਰੇਬਲ ਪੈਲਿਸੀ ਆ ਬੇਟਾ ਇਹ ਨਿਊਰੋਲੋਜੀਕਲ ਡੈਮੇਜ ਦੇ ਕਰਕੇ ਹੁੰਦੀ ਆ, ਦਿਮਾਗੀ ਲਕਵਾ। ਠੀਕ ਹੈ ਜੀ। ਹੀਅਰ ਇੰਪੇਅਰਮੈਂਟ ਦਾ ਇੱਥੇ ਨਾਮ ਆਇਆ ਤਾਂ ਹੀਅਰ ਇੰਪੇਅਰਮੈਂਟ ਦੇ ਵਿੱਚ ਕੰਪਲੀਟਡ ਡੀਫ ਹੋ ਸਕਦਾ ਹੈਗਾ ਤੇ ਕੋਈ ਪਾਰਸ਼ਲ ਡੀਫ ਹੋ ਸਕਦਾ। ਕੰਪਲੀਟਡ ਜਿਹਨੂੰ ਬਿਲਕੁਲ ਹੀ ਨਹੀਂ ਸੁਣਦਾ ਤੇ ਪਾਰਸ਼ਲ ਡੀਫ ਹੋਊਗਾ ਜਿਹਨੂੰ ਕੁਝ ਸੁਣਦਾ। ਜਿਹਨੂੰ ਕੁਝ ਸੁਣਦਾ ਉਹਦੇ ਲਈ ਤੁਸੀਂ ਕੀ ਯੂਜ਼ ਕਰੋਗੇ? ਹੀਅਰਿੰਗ ਏਡਸ। ਜਿਹਨੂੰ ਬਿਲਕੁਲ ਹੀ ਨਹੀਂ ਸੁਣਦਾ ਉਹਦੇ ਲਈ ਕੀ ਯੂਜ਼ ਕਰੋਗੇ? ਸਾਈਨ ਲੈਂਗੁਏਜ। ਠੀਕ ਹੈ ਜੀ। ਵਿਜ਼ੂਅਲ ਇੰਪੇਅਰਮੈਂਟ ਦੇ ਵਿੱਚ ਵੀ 2 ਹੋਣਗੇ, ਇੱਕ ਤਾਂ ਬਿਲਕੁਲ ਬਲਾਈਂਡ ਜਿਹਦੇ ਲਈ ਤੁਸੀਂ ਬ੍ਰੇਲ ਲਿਪੀ ਦਾ ਪ੍ਰਯੋਗ ਕਰੋਗੇ। ਠੀਕ ਹੈ, ਇੱਕ ਜਿਨ੍ਹਾਂ ਨੂੰ ਥੋੜਾ ਬਹੁਤ ਦਿਖਦਾ, ਥੋੜੀ ਮਤਲਬ ਕਿ ਵਿਜ਼ਨ ਵੀਕ ਹੈਗਾ ਤਾਂ ਉਹਨਾਂ ਲਈ ਤੁਸੀਂ ਕੀ ਯੂਜ਼ ਕਰ ਸਕਦੇ ਹੋ? ਬੋਰਡ ਦੇ ਉੱਪਰ ਅੱਖਰ ਵੱਡੇ ਲਿਖੋਗੇ, ਵੱਡਾ ਜਿਹੜਾ ਫੌਂਟ ਯੂਜ਼ ਕਰੋਗੇ। ਠੀਕ ਹੈ, ਉਹਨਾਂ ਨੂੰ ਕਲਾਸ ਦੇ ਵਿੱਚ ਅੱਗੇ ਬਿਠਾਓਗੇ। ਲਰਨਿੰਗ ਡਿਸੇਬਿਲਿਟੀਜ਼ ਡਿਫਰੈਂਟ ਹੁੰਦੀਆਂ, ਜਿਵੇਂ ਡਿਸਲੈਕਸੀਆ। ਤਾਂ ਡਿਸਲੈਕਸੀਆ ਦੇ ਵਿੱਚ ਕੀ ਹੁੰਦਾ ਬੇਟਾ? ਡਿਸਲੈਕਸੀਆ ਰੀਡਿੰਗ ਦੇ ਨਾਲ ਰਿਲੇਟਡ ਆ, ਤੁਹਾਡਾ ਕਲਾਸ ਦੇ ਵਿੱਚ ਹੋ ਚੁੱਕਾ। ਡਿਸਗ੍ਰਾਫੀਆ ਰਾਈਟਿੰਗ ਦੇ ਨਾਲ ਰਿਲੇਟਡ ਆ। ਠੀਕ ਹੈ ਜੀ। ਡਿਸਕੈਲਕੁਲੀਆ ਕਿਹਦੇ ਨਾਲ ਰਿਲੇਟਡ ਹੈ? ਜਿਹੜਾ ਸਿੰਪਲ ਕੈਲਕੂਲੇਸ਼ਨ ਨਹੀਂ ਕਰ ਸਕਦਾ। ਠੀਕ ਹੈ। ਇੱਕ ਹੁੰਦਾ ਡਿਸਪ੍ਰੈਕਸੀਆ ਹੁੰਦਾ ਬੇਟਾ ਜਿਹਦੇ ਚ ਤੁਹਾਡਾ ਮਾਈਂਡ ਤੇ ਮੋਟਰ ਦੇ ਵਿੱਚ ਕੰਬੀਨੇਸ਼ਨ ਨਾ ਹੋਵੇ। ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਮੇਰਾ ਦਿਮਾਗ ਆਖੇ ਕਿ A ਲਿਖ, ਨਾ ਮੇਰੇ ਦਿਮਾਗ ਨੇ ਕਿਹਾ A ਲਿਖ ਤਾਂ ਮੈਂ ਲਿਖਿਆ, ਬਟ ਮੇਰਾ ਦਿਮਾਗ ਕਹਿ ਰਿਹਾ A ਲਿਖ ਤੇ ਮੇਰੇ ਤੋਂ ਲਿਖਿਆ ਹੀ ਨਹੀਂ ਜਾ ਰਿਹਾ, ਮੈਂ ਕੁਛ ਹੋਰ ਹੀ ਡਰਾ ਕਰਨਾ। ਤਾਂ ਉਹ ਕੀ ਹੈਗਾ ਕਿ ਮੇਰੇ ਦਿਮਾਗ ਦੇ ਵਿੱਚ ਤੇ ਮੇਰੇ ਮਾਈਂਡ ਦੇ ਵਿੱਚ ਕੰਬੀਨੇਸ਼ਨ ਕੋਆਰਡੀਨੇਸ਼ਨ ਨਹੀਂ ਬੈਠ ਰਿਹਾ। ਠੀਕ ਹੈ। ਇੱਕ ਹੁੰਦਾ ਅਫੇਜ਼ੀਆ ਜਾਂ ਡਿਸਫੇਜ਼ੀਆ, ਇਹਦੇ ਚ ਕੀ ਆ? ਕਿਸੇ ਬੱਚੇ ਨੂੰ ਕਿਸੇ ਭਾਸ਼ਾ ਦਾ ਬੋਧ ਨਹੀਂ ਹੋਊਗਾ। ਠੀਕ ਹੈ ਜੀ। ਕਲੀਅਰ। ਤਾਂ ਸੈਰੇਬਲ ਪੈਲਿਸੀ ਸੀ ਆਪਣੇ ਕੋਲ ਲੋਕੋਮੋਟਰ ਡਿਸੇਬਿਲਿਟੀ। 11th ਕੁਐਸਚਨ ਆਪਣੇ ਕੋਲ, what is not right about national nutrition policy? ਨੈਸ਼ਨਲ ਨਿਊਟ੍ਰੀਸ਼ਨ ਪਾਲਿਸੀ ਪੋਸ਼ਣ ਦੇ ਨਾਲ ਰਿਲੇਟਡ ਆ, ਰਾਸ਼ਟਰੀ ਪੋਸ਼ਣ ਨੀਤੀ ਆ।
ਇਹ ਜਿਹੜੀ ਸਟਾਰਟ ਕੀਤੀ ਗਈ ਟੂ ਡੀਲ ਵਿਦ ਦਾ ਪ੍ਰੋਬਲਮ ਆਫ ਮਾਲ ਨਿਊਟ੍ਰੀਸ਼ਨ ਇਨ ਇੰਡੀਆ। ਭਾਰਤ ਦੇ ਵਿੱਚ ਕੁਪੋਸ਼ਣ ਦੀ ਸਮੱਸਿਆ, ਕੁਪੋਸ਼ਣ ਟੌਪਿਕ ਤੁਹਾਡਾ ਹੋ ਚੁੱਕਿਆ ਹੈ ਨਾ, ਤਾਂ ਤੁਹਾਨੂੰ ਕਲੀਅਰ ਹੋਊਗਾ। ਮੈਂ ਇੱਥੇ ਕੁਪੋਸ਼ਣ ਟੌਪਿਕ ਨੂੰ ਇਲੈਬੋਰੇਟ ਨਹੀਂ ਕਰੂੰਗੀ। ਤਾਂ ਕੁਪੋਸ਼ਣ ਦੀ ਸਮੱਸਿਆ ਭਾਰਤ ਦੇ ਵਿੱਚ ਉਹਦੇ ਨਾਲ ਡੀਲ ਕਰਨ ਦੇ ਲਈ ਫੋਕਸ ਸੀਗਾ ਮੇਨ ਚਿਲਡਰਨ, ਵੂਮਨ ਤੇ ਮਦਰ, ਬਿਲਕੁਲ ਰਾਈਟ ਹੈ ਨਾ। ਬੱਚਿਆਂ ਦੇ ਉੱਪਰ, ਔਰਤਾਂ ਦੇ ਉੱਪਰ ਤੇ ਮਾਵਾਂ ਦੇ ਉੱਪਰ ਮੇਨ ਧਿਆਨ ਦਿੱਤਾ ਗਿਆ। ਲਾਂਚ ਡੇਟ ਗਲਤ ਆ ਕਿਉਂਕਿ 1993 ਦੇ ਵਿੱਚ ਇਹ ਜਿਹੜੀ ਸਕੀਮ ਸੀਗੀ ਉਹ ਲਾਂਚ ਕੀਤੀ ਗਈ ਸੀ ਤੇ ਐਕਸਪੈਂਡ ਕਿਹਦੇ ਅੰਡਰ ਹੋਈ ਹੈਗੀ ICDS ਪ੍ਰੋਗਰਾਮ ਦੇ। ICDS ਪ੍ਰੋਗਰਾਮ ਕੀ ਹੈਗਾ? ਇੰਟੀਗ੍ਰੇਟਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ ਸਕੀਮਸ, ਠੀਕ ਹੈ ਜੀ। ਉਹਦੇ ICDS ਦੇ ਬਾਰੇ ਵੀ ਤੁਹਾਡਾ ਕੰਪਲੀਟ ਪੋਰਸ਼ਨ ਆ ਜਿਹੜਾ ਹੋ ਚੁੱਕਾ। ਤੇ ਇੱਥੇ ਆਪਾਂ ਨੇ ਕੋਈ ਰਾਈਟ ਰੋਂਗ ਸਟੇਟਮੈਂਟ ਸੀ। ਲਾਂਚ 2013, ਨੋ 2013 ਦੇ ਵਿੱਚ ਨਹੀਂ, 1993 ਦੇ ਵਿੱਚ ਇਹ ਸਕੀਮ ਲਾਂਚ ਹੋਈ ਸੀ। ਨੈਕਸਟ ਕੁਐਸਚਨ ਆਪਣੇ ਕੋਲ, ਵਿਚ ਆਫ ਫੋਲੋਇੰਗ ਵਿਟਾਮਿਨ ਇਜ਼ ਵਾਟਰ ਸੋਲੂਏਬਲ। ਵਾਟਰ ਸੋਲੂਏਬਲ ਬੇਟਾ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ, B ਤੇ C ਆਪਣੇ ਕੋਲ ਵਾਟਰ ਸੋਲੂਏਬਲ ਨੇ। ਬਾਕੀ ਜੋ ਬਚੇ ਹੋਏ ਨੇ ਉਹ ਸਾਰੇ ਹੀ ਆਪਣੇ ਕੋਲ ਕੀ ਨੇ? ਫੈਟ ਸੋਲੂਏਬਲ, ਠੀਕ ਹੈ। ਤਾਂ ਇਹਨਾਂ ਨੂੰ ਮੇਨ ਧਿਆਨ ਦੇ ਵਿੱਚ ਰੱਖਿਆ ਜੇ। ਆਪਣੇ ਕੋਲ ਇੱਥੇ ਆਨਸਰ ਹੈ A। ਨੈਕਸਟ ਕੁਐਸਚਨ ਆ, ਰੀਜਨੈਲਿਟੀ ਆਫ ਆਈਡੀਆਜ਼ ਇਜ਼ ਮੇਨ ਕੁਆਲਿਟੀ ਆਫ ਚਿਲਡਰਨ, ਠੀਕ ਹੈ। ਕਿਹੜੇ ਬੱਚਿਆਂ ਦੀ ਮੇਨ ਕੁਆਲਿਟੀ ਹੈਗਾ? ਰੀਜਨਲਿਟੀ ਇਨ ਆਈਡੀਆ। ਉਹਨਾਂ ਦੇ ਸੰਕਲਪਾਂ ਦੇ ਵਿੱਚ ਕੋਈ ਆਈਡੀਆ ਐਵੇਂ ਦਾ ਕੱਢਣ ਕਿ ਓਰੀਜਨਲ ਹੋਵੇ, ਮੌਲਿਕ ਹੋਵੇ, ਇਸ ਤੋਂ ਪਹਿਲਾਂ ਕਿਸੇ ਨੇ ਨਾ ਦਿੱਤਾ ਹੋਵੇ, ਠੀਕ ਹੈ। ਨੋਵਲਟੀ ਹੁੰਦੀ ਹੈ ਜਿਨ੍ਹਾਂ ਦੀ ਥਿੰਕਿੰਗ ਦੇ ਵਿੱਚ, ਨਵੀਨਤਾ ਹੁੰਦੀ ਹੈ ਜਿਨ੍ਹਾਂ ਦੀ ਸੋਚ ਦੇ ਵਿੱਚ। ਤਾਂ ਕਿਹੜੇ ਹੁੰਦੇ ਨੇ ਬੇਟਾ? ਕ੍ਰੀਏਟਿਵ ਬੱਚੇ, ਜਿਨ੍ਹਾਂ ਨੂੰ ਅਸੀਂ ਕੀ ਆਖਦੇ ਹਾਂ? ਸਿਰਜਣਾਤਮਕ ਬੱਚੇ, ਠੀਕ ਹੈ। ਮੋਸਟ ਇੰਪੋਰਟੈਂਟ ਕੁਐਸਚਨ, ਮੇਨ ਜਿਹੜਾ ਹੈ ਇਹਨਾਂ ਦੀ ਥਿੰਕਿੰਗ ਕਿਵੇਂ ਦੀ ਹੋਊਗੀ? ਡਾਇਵਰਜੈਂਟ ਥਿੰਕਿੰਗ ਹੋਊਗੀ। ਮੈਂ ਬਹੁਤ ਵਾਰ ਕਰਵਾ ਚੁੱਕੀ ਹਾਂ। ਦੋ ਤਰ੍ਹਾਂ ਦੀ ਥਿੰਕਿੰਗ ਹੁੰਦੀ ਹੈ, ਇੱਕ ਹੁੰਦੀ ਹੈ ਕਨਵਰਜੈਂਟ ਥਿੰਕਿੰਗ, ਇੱਕ ਹੁੰਦੀ ਹੈ ਡਾਇਵਰਜੈਂਟ ਥਿੰਕਿੰਗ। ਕਿਸੇ ਨੇ ਤੁਹਾਨੂੰ ਸਵਾਲ ਕੱਢਣਾ ਦੱਸਿਆ ਕਿ ਪਲੱਸ ਲਾ ਦਿਓ, ਇੱਥੇ ਮਾਈਨਸ ਲਾ ਦਿਓ, ਤੇ ਇਸ ਤਰੀਕੇ ਨਾਲ ਤੁਹਾਡਾ ਆਨਸਰ ਨਿਕਲ ਜੂਗਾ, ਹਨਾ। ਤੁਸੀਂ ਇਹ ਨਹੀਂ ਕੀਤਾ, ਤੁਸੀਂ ਆਪਦੇ ਦਿਮਾਗ ਦੇ ਨਾਲ ਕੱਢ ਕੇ ਕੁਝ ਸ਼ਾਰਟ ਤਰੀਕਾ ਕੱਢ ਲਿਆ ਹੁੰਦਾ ਡਾਇਵਰਜੈਂਟ। ਇੱਕ ਹੁੰਦਾ ਮੈਨੂੰ ਕਿਸੇ ਨੇ ਦੱਸਿਆ ਇੱਥੇ ਪਲੱਸ ਕਰਨਾ, ਇੱਥੇ ਮਾਈਨਸ ਕਰਨਾ, ਮੈਂ ਮਾਰਿਆ ਰੱਟਾ ਤੇ ਉਹੀ ਇੱਕ ਸਰਵੋਤਮ ਉੱਤਰ ਕੱਢਤਾ ਹੁੰਦਾ ਕਨਵਰਜੈਂਟ ਥਿੰਕਿੰਗ, ਠੀਕ ਹੈ। ਜਾਣੀ ਕਿ ਤੁਸੀਂ ਕਨਵਰਜੈਂਟ ਥਿੰਕਿੰਗ ਦੇ ਵਿੱਚ ਕੀ ਕਰਦੇ ਹੋ? ਬਸ ਜੋ ਕਿਸੇ ਨੇ ਦੱਸਿਆ ਉਸੇ ਨੂੰ ਐਗਜ਼ੈਕਟ ਫੋਲੋ ਕਰਦੇ ਹੋ, ਆਪਦਾ ਕੁਝ ਨਵਾਂ ਨਹੀਂ ਸੋਚਦੇ। ਡਾਇਵਰਜੈਂਟ ਵਾਲੇ ਕਿਹੜੇ ਹੁੰਦੇ ਆ ਬੇਟਾ? ਇਹ ਵਾਲੇ ਬੱਚੇ ਸਿਰਜਣਾਤਮਕ ਬੱਚੇ ਜਿਹੜੇ ਕਿ ਬਹੁਤ ਜ਼ਿਆਦਾ ਨਵੀਨਤਾ ਹੁੰਦੀ ਆ, ਉਹ ਨਵਾਂ ਸੋਚਣਗੇ। ਤੁਸੀਂ ਜੋ ਦੱਸਤਾ ਉਹ ਤਾਂ ਸੋਚਣਗੇ ਬਟ ਉਹ ਚ ਕੁਝ ਨਵਾਂ ਕ੍ਰੀਏਟ ਕਰ ਦੇਣਗੇ। ਤਾਂ ਇਹਨਾਂ ਬੱਚਿਆਂ ਦੇ ਮੇਨ ਲੱਛਣਾਂ ਚੋਂ ਵੀ ਕਈ ਵਾਰ ਕੁਐਸਚਨ ਪੁੱਛ ਲਏ ਜਾਂਦੇ ਆ। ਤਾਂ ਓਰੀਜਨੈਲਿਟੀ ਇਜ਼ ਵੈਰੀ ਇੰਪੋਰਟੈਂਟ, ਠੀਕ ਹੈ। ਓਰੀਜਨੈਲਿਟੀ ਜਾਨੀ ਕਿ ਮੌਲਿਕਤਾ ਹੁੰਦੀ ਆ, ਨੋਵਲਟੀ ਹੁੰਦੀ ਆ ਇਹਨਾਂ ਦੇ ਥਿੰਕਿੰਗ ਦੇ ਵਿੱਚ, ਜਾਨੀ ਨਵੀਨਤਾ ਹੁੰਦੀ ਆ। ਡਾਇਵਰਜੈਂਟ ਥਿੰਕਿੰਗ ਹੁੰਦੀ ਆ। ਮੋਸਟ ਇੰਪੋਰਟੈਂਟ ਕੁਐਸਚਨ, ਡਾਇਵਰਜੈਂਟ ਥਿੰਕਿੰਗ ਕਿੰਨਾ ਦੀ ਹੁੰਦੀ ਆ? ਪੁਨਰ ਵਿਆਖਿਆ ਕਰ ਸਕਦੇ ਆ, ਜਾਨੀ ਕਿ ਰੀਇੰਟਰਪ੍ਰੀਟੇਸ਼ਨ ਇਹਨਾਂ ਦੁਆਰਾ ਕੀਤੀ ਜਾ ਸਕਦੀ ਆ, ਠੀਕ ਹੈ। ਰੀਇੰਟਰਪ੍ਰੀਟੇਸ਼ਨ ਇਹ ਬੱਚੇ ਬਹੁਤ ਅੱਛੀ ਕਰਦੇ ਆ। ਕ੍ਰੀਏਟੀਵਿਟੀ ਨੈਚੁਰਲ ਹਨਾ ਕਰਦੇ ਆ। ਅਨਲਿਮਿਟਡ ਥਿੰਕਿੰਗ ਹੁੰਦੀ ਆ, ਇੰਨਾ ਜ਼ਿਆਦਾ ਦਿਮਾਗ 24 ਘੰਟੇ ਬ੍ਰੇਨਸਟੋਰਮਿੰਗ ਕਰ ਰਿਹਾ ਹੁੰਦਾ, ਠੀਕ ਹੈ, ਸੋਚ ਰਿਹਾ ਹੁੰਦਾ, ਤੂਫਾਨ ਚੱਲ ਰਿਹਾ ਹੁੰਦਾ ਵਿਚਾਰਾਂ ਦਾ। ਤਾਂ ਰੀਜਨੈਲਿਟੀ ਆਫ ਆਈਡੀਆਜ਼ ਇਜ਼ ਮੇਨ ਕੁਆਲਿਟੀ ਆਫ ਦਾ ਚਿਲਡਰਨ ਵਿਦ ਕ੍ਰੀਏਟੀਵਿਟੀ। 14 क्वेश्चन है बेटा अपने कोल, इफ अ चाइल्ड टेक बर्थ बिफोर 37 वीक, है ना। एक बच्चे का जिहड़ा हैगा एक प्रॉपर टाइम पीरियड फुल टर्म मन्निया जांदा कि एक बच्चा जे 39 वीक तो बेटा 40 वीक दे विचकार जन्म लैंदा तो राइट बर्थ आ जिहड़ा ओह मन्निया जांदा, जिहनूं असीं फुल टर्म आखदे हां, ठीक है। इस तो घट टाइम दे विच जे ओह बर्थ लैंदा तो ओह भी एक तरीके नाल समस्या ही है, जे समस्या नहीं हैगी जानी ये नहीं है। अजकल टेक्नीक्स बहुत ने, हना। इन्हां बच्चियां नूं भी जिहड़ा है संभाल लिया जांदा, वड्डे नूं भी छोटे नूं भी, बट एग्जैक्ट जिहड़ा है एक नॉर्मल बच्चे दे बर्थ दा पीरियड 39 तो 40 वीक ही मन्निया जांदा। अपने कोल इत्थे 39 तो छोटा टाइम पूछ लिया कि 37वें वीक दे विच जे बच्चा जांदा तां की होगा? बेटा वो बच्चा प्री टर्म वाला बच्चा होगा, ठीक है। अर्ली टर्म नहीं हुंदी, प्री टर्म वाला बच्चा होगा। प्री टर्म वाला वो बच्चा जिहदा 37वें वीक दे विच ही बर्थ हो जांदा। ਤੇ ਇਹਨਾਂ ਬੱਚਿਆਂ ਨੂੰ ਬੇਟਾ ਬਹੁਤ ਜ਼ਿਆਦਾ ਚਾਂਸ ਹੁੰਦੇ ਆ ਕਿ ਸੈਰੇਬਲ ਪੈਲੇਸੀ ਵਰਗਾ ਚਾਂਸ ਹੋਵੇ, ਬ੍ਰੇਨ ਦੇ ਵਿੱਚ ਥੋੜੀ ਘੱਟ ਡਿਵੈਲਪਮੈਂਟ ਹੋਈ ਹੁੰਦੀ ਆ, ਠੀਕ ਹੈ। ਜੇ ਬੱਚਾ 41 ਤੋਂ 42ਵੇਂ ਵੀਕ ਦੇ ਵਿੱਚ ਜਾਂਦਾ ਤਾਂ ਉਹਨੂੰ ਆਪਾਂ ਲੇਟ ਟਰਮ ਦੇ ਵਿੱਚ ਰੱਖਾਂਗੇ, ਕਿਉਂਕਿ ਮੈਂ ਪਹਿਲਾਂ ਹੀ ਕਿਹਾ ਕਿ ਜਿਹੜਾ ਹੈ 39-40 ਵੀਕ ਆ ਜਿਹੜਾ ਉਹ ਬੈਸਟ ਵੀਕ ਹੁੰਦਾ। 42ਵੇਂ ਵੀਕ ਦੇ ਵਿੱਚ ਜਾਂਦਾ ਤਾਂ ਅਸੀਂ ਉਹਨੂੰ ਪੋਸਟ ਟਰਮ ਦੇ ਵਿੱਚ ਰੱਖਾਂਗੇ, ਠੀਕ ਹੈ ਜੀ, ਪੋਸਟ ਟਰਮ ਦੇ ਵਿੱਚ ਰੱਖਾਂਗੇ। ਤਾਂ ਇਹ ਤੁਹਾਡਾ ਇਹ ਵੀ ਤੁਹਾਡਾ ਕਲਾਸ ਦੇ ਵਿੱਚ ਹੋਇਆ ਹੈ ਨਾ ਸਾਰਾ ਪ੍ਰੈਗਨੈਂਸੀ ਵਾਲਾ ਟੌਪਿਕ। 15 ਕੁਐਸਚਨ ਦੀ ਗੱਲ ਕਰਦੇ ਹਾਂ ਤਾਂ ਕੇਅਰ which a mother needed before the birth of a child known as, ਤਾਂ ਇੱਕ ਮਦਰ ਨੂੰ ਜਿਹੜਾ ਹੈਗਾ ਬੱਚੇ ਦੇ ਬਰਥ ਤੋਂ ਪਹਿਲਾਂ ਜੋ ਕੇਅਰ ਦਿੱਤੀ ਜਾਂਦੀ ਹੈ, ਪਹਿਲਾਂ ਜੋ ਸੰਭਾਲ ਦਿੱਤੀ ਜਾਂਦੀ ਹੈ, ਪ੍ਰੈਗਨੈਂਸੀ ਕੇਅਰ ਦਿੱਤੀ ਜਾਂਦੀ ਹੈ, ਉਹਨੂੰ ਕੀ ਆਖਦੇ ਆ ਬੇਟਾ?
प्रीनेटल केयर एंड एंटीनेटल केयर, ठीक है। तो दोनों ही साडे कोल आंसर बनते ने, प्रीनेटल केयर एंड एंटीनेटल केयर। पोस्टमार्टम हुंदी आ जिहड़ी कि बच्चे दे चाइल्ड बर्थ तो यानी चाइल्ड बर्थ तो बाद मां नूं जो केयर दित्ती जाऊगी, जिवें इनफ रेस्ट देना, ईटिंग प्रॉपर, शुरू च भी हुंदा, बट वजाइनल केयर देना इस तरीके नाल जो भी आपां केयर दिंने आ, ये भी तुहाडी क्लास दे विच हो चुकी आ सारा है ना। ਤਾਂ ਇੱਥੇ ਵੀ ਮੈਂ ਇੰਨਾ ਟਾਈਮ ਵੇਸਟ ਨਹੀਂ ਕਰੂੰਗੀ, ਮੈਂ ਸਿਰਫ ਇੰਨਾ ਦੱਸਦੀ ਆ ਕਿ ਪ੍ਰੀਨੇਟਲ ਤੇ ਐਂਟੀਨੇਟਲ ਯਾਨੀ ਕਿ ANC ਜਿਹੜਾ ਹੈ ਉਹ ਕੀ ਆ, ਜੋ ਤੁਸੀਂ ਪ੍ਰੀ ਕੇਅਰ ਦਿੰਨੇ ਹੈਗੇ ਹੋ, ਡਾਕਟਰ ਨੂੰ ਵਿਜ਼ਿਟ ਕਰਨਾ, IFA ਖਾਣੀਆਂ ਯਾਨੀ ਕਿ ਆਇਰਨ ਐਂਡ ਫੋਲਿਕ ਐਸਿਡ ਪ੍ਰੋਵਾਈਡ ਕਰਨੀ ਹੈ ਨਾ, ਰੈਗੂਲਰ ਡਾਕਟਰ ਨੂੰ ਵਿਜ਼ਿਟ ਕਰਨਾ, ਡਿਸਕਸ਼ਨ ਕਰਨਾ, ਸਕੈਨਿੰਗ ਵਗੈਰਾ, all these things are the prenatal and antenatal care, ਠੀਕ ਹੈ। ਪੋਸਟਮਾਰਟਮ ਦੇ ਵਿੱਚ ਕੀ ਹੋਊਗਾ, ਪ੍ਰੋਪਰ ਡਾਈਟ, ਪ੍ਰੋਪਰ ਰੈਸਟ ਐਂਡ ਵਜਾਈਨਲ ਕੇਅਰ। 16 ਆਪਣੇ ਕੋਲ ਆ ਗਿਆ, ਵਿਚ ਆਫ ਫੋਲੋਇੰਗ ਨॉट ਕਾਜ਼ ਆਫ ਐਬਡੋਮੀਨਲ ਪੇਨ ਇਨ ਪ੍ਰੈਗਨੈਂਸੀ। ਇਹ ਵੀ ਬੜਾ ਹੀ ਇੰਪੋਰਟੈਂਟ ਆ ਬੇਟਾ, ਪ੍ਰੈਗਨੈਂਸੀ ਦੇ ਵਿੱਚ ਅਕਸਰ ਜਿਹੜੀ ਹੈਗੀ ਆ ਨਾ ਪੇਟ ਦੇ ਵਿੱਚ ਥੋੜੀ ਜਿਹੀ ਸਟਮਕ ਪੇਨ ਰਹਿੰਦੀ ਆ ਨਾ, ਥੋੜਾ ਜਿਹਾ ਜਿਹੜਾ ਹੈ पेट दर्द होना नॉर्मल है, बट जे ज्यादा दर्द हो रहा ते दर्द दे नाल ही स्पॉटिंग हो रही है, आपां कि थोड़ा जिहा ब्लड आउट हो रहा जां ब्लीडिंग हो रही है, फीवर हो रहा, चिल हो रही है यानी ठंड लग रही हैगी आ, जां वजाइनल डिस्चार्ज हो रहा कोई, जां है ना कोई होर डिफरेंट, जां पेशाब के दौरान कोई प्रॉब्लम आ रही है, तो उन्हां केसिस दे विच डेफिनेटली सानू डॉक्टर नूं विजिट करना पैंदा है ना। ਤਾਂ ਕੀ ਰੀਜ਼ਨ ਹੋ ਸਕਦੇ ਆ, ਕਹਿੰਦੇ ਐਬਡੋਮੀਨਲ ਪ੍ਰੈਗਨੈਂਸੀ ਦੇ, ਤੇ ਇਹਨਾਂ ਦੇ ਵਿੱਚੋਂ ਇਹਨਾਂ ਨੇ ਇਹ ਪੁੱਛਿਆ ਕਿ ਕਿਹੜਾ ਐਬਡੋਮੀਨਲ ਪੇਨ ਦਾ ਕਾਜ਼ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਮੈਂ ਕਾਜ਼ ਦੱਸਦਾ ਕਿਹੜੇ ਕਿਹੜੇ ਹੁੰਦੇ ਆ। ਐਕਟੋਪਿਕ ਪ੍ਰੈਗਨੈਂਸੀ, ਐਕਟੋਪਿਕ ਪ੍ਰੈਗਨੈਂਸੀ ਹੁੰਦੀ ਆ ਬੇਟਾ ਜਦੋਂ ਫਰਟੀਲਾਈਜ਼ਰ ਐਗ ਹੁੰਦਾ ਜਿਹੜਾ ਹਨਾ ਯੂਟਰਸ ਤੋਂ ਬਾਹਰ, ਜਿਹੜੀ ਫਲੋਪੀਅਨ ਟਿਊਬ ਹੁੰਦੀ ਆ ਹਨਾ, ਫੀਮੇਲ ਹੋ ਤੁਸੀਂ ਸਾਰੀਆਂ ਤਾਂ ਤੁਹਾਨੂੰ ਕਲੀਅਰ ਹੋਊਗਾ, ਤਾਂ ਫਲੋਪੀਅਨ ਟਿਊਬ ਦੇ ਵਿੱਚ ਜੇ ਬੱਚਾ ਬਣਨਾ ਲੱਗ ਜੇ ਹਨਾ ਤਾਂ ਉਹ ਯੂਟਰਸ ਤੋਂ ਬਾਹਰ ਬਣ ਰਿਹਾ, ਇਹਦਾ ਮਤਲਬ ਤਾਂ ਇਸ ਕੇਸ ਦੇ ਵਿੱਚ ਬਹੁਤ ਕਾਮਨ ਹੋ ਰਿਹਾ ਅੱਜ ਕੱਲ ਹਨਾ, ਬਾਹਰ ਬਣ ਰਿਹਾ ਹੈਗਾ, ਫਲੋਪੀਅਨ ਟਿਊਬ ਦੇ ਵਿੱਚ ਬਣ ਰਿਹਾ, ਤਾਂ ਉਸ ਕੇਸ ਦੇ ਵਿੱਚ ਜਿਹੜਾ ਪ੍ਰੈਗਨੈਂਸੀ ਦੇ ਵਿੱਚ ਕ੍ਰੈਂਪਿੰਗ ਸ਼ੁਰੂ ਹੋ ਜਾਂਦੀਆਂ, ਪੇਟ ਦਰਦ ਸ਼ੁਰੂ ਹੋ ਜਾਂਦਾ, ਤੇ ਇਹਨੂੰ ਕੀ ਆਖਦੇ ਨੇ, ਐਕਟੋਪਿਕ ਪ੍ਰੈਗਨੈਂਸੀ। ਦੈਨ ਆ ਗਿਆ ਪ੍ਰੀਮੈਚੁਰ ਲੇਬਰ। ਪ੍ਰੀਮੈਚੁਰ ਲੇਬਰ ਹੁੰਦਾ ਬੇਟਾ ਜੇ ਬੱਚਾ 7ਵੇਂ ਹਫਤੇ ਦੇ ਵਿੱਚ, ਆਪਾਂ ਜਿਵੇਂ ਗੱਲ ਕੀਤੀ ਕਿ ਪ੍ਰੀ ਟਰਮ ਦੇ ਵਿੱਚ ਹੀ ਜਨਮ ਲੈ ਜੇ ਤਾਂ ਫਿਰ ਉਹ ਕੀ ਆ, ਪ੍ਰੀਮੈਚੁਰ ਲੇਬਰ ਹੋ ਸਕਦੀ ਆ। ਮਿਸਕੈਰੇਜ ਇਹ ਵੀ ਹਨਾ ਬੜੀ ਵੱਡੀ ਸਮੱਸਿਆ ਹੈਗੀ ਆ। 20ਵੇਂ ਹਫਤੇ ਦੇ ਵਿੱਚ ਬੜੇ ਇਹਦੇ ਹੁੰਦੇ ਆ, ਮਤਲਬ ਮੰਨ ਕੇ ਚੱਲੀਏ ਮਿਸਕੈਰੇਜ ਹੋਣ ਦੀ ਸੰਭਾਵਨਾ ਜਿਹੜੀ ਹੈਗੀ ਆ ਉਹ 20ਵੇਂ ਹਫਤੇ ਦੇ ਵਿੱਚ ਜ਼ਿਆਦਾ ਹੁੰਦੀ ਆ ਨਾ, ਤੇ ਇਹਦੇ ਚ ਕੀ ਆ, ਵਜਾਈਨਲ ਸਪੌਟਿੰਗ ਹੁੰਦੀ ਆ, ਬਲੀਡਿੰਗ ਹੋ ਸਕਦੀ ਆ, ਤੇ ਇਸ ਤਰੀਕੇ ਦੀਆਂ ਸਮੱਸਿਆਵਾਂ ਜਿਹੜੀਆਂ ਹੈ ਮਿਸਕੈਰੇਜ ਦੇ ਵਿੱਚ ਹੋਣ ਦੀ ਸਮੱਸਿਆ ਹੁੰਦੀ ਆ। ਇਸ ਤੋਂ ਬਿਨਾਂ ਇੱਕ ਹੁੰਦੀ ਆ ਪਲੇਜ਼ੈਂਟਲ ਅਬਰਪਸ਼ਨ ਹੋ ਜਾਂਦੀ ਹੈ, ਵੀ ਤੁਹਾਡਾ ਕਲਾਸ ਦੇ ਵਿੱਚ ਹੋ ਚੁੱਕਿਆ ਪਲੇਜ਼ੈਂਟਲ ਅਬਰਪਸ਼ਨ। ਇਹਦੇ ਚ ਜਿਹੜਾ ਪਲੇਜ਼ੈਂਟਾ ਹੁੰਦਾ ਬੇਟਾ ਉਹ ਵੀ ਯੂਟਰਸ ਤੋਂ ਅਲੱਗ ਹੋ ਜਾਂਦਾ, ਉਹਦੇ ਕਰਕੇ ਵੀ ਪ੍ਰੋਬਲਮ ਹੋ ਜਾਂਦੀ ਹੈ। ਤਾਂ ਡਿਫਰੈਂਟ ਹੋ ਸਕਦੀ ਹੈ, UTI ਕਾਜ਼ ਹੋ ਸਕਦਾ, ਯਾਨੀ ਕਿ ਯੂਨੀਟਰੀ ਟਰੈਕ ਇਨਫੈਕਸ਼ਨ ਜਿਹੜੀ ਕਿ ਤੁਹਾਡੀ ਏਲਮੈਂਟ ਵਾਲੇ ਟੌਪਿਕ ਦੇ ਵਿੱਚ ਵੀ ਹੋ ਚੁੱਕੀ ਹੈ। ਤਾਂ ਸਾਰੇ ਮੇਨ ਕਾਜ਼ ਨੇ। ਜਿਹੜਾ ਦਾ ਕਾਜ਼ ਨਹੀਂ ਹੋਏਗਾ ਵੈਕਸੀਨੇਸ਼ਨ। ਵੈਕਸੀਨੇਸ਼ਨ ਦੇ ਨਾਲ ਫੀਮੇਲ ਦੀ, ਕਿਉਂਕਿ ਉਹਦੇ 2 ਵੈਕਸੀਨੇਸ਼ਨ ਲੱਗਦੀਆਂ ਨੇ, ਤੁਹਾਨੂੰ ਕਲੀਅਰ ਹੋਊਗਾ ਹਨਾ, ਨਲੀ ਪੈਰਾ ਤੇ ਗ੍ਰੈਵਿਟੀ ਪੈਰਾ ਦੇ ਵਿੱਚ। ਤਾਂ ਜਿਹੜਾ ਨਲੀ ਪੈਰਾ ਯਾਨੀ ਕਿ ਕੋਈ ਫੀਮੇਲ ਜਦੋਂ ਪ੍ਰੈਗਨੈਂਟ ਹੁੰਦੀ ਹੈ ਫਸਟ ਟਾਈਮ ਹਨਾ, ਤਾਂ ਫਸਟ ਟਾਈਮ ਪ੍ਰੈਗਨੈਂਟ ਜਦੋਂ ਹੋਊਗੀ ਤਾਂ ਉਹਦੇ ਜਿਹੜੀਆਂ ਹੈਗੀਆਂ 2 ਵੈਕਸੀਨੇਸ਼ਨ ਨੇ ਲੱਗਦੀਆਂ ਨੇ। ਫਸਟ ਡੋਜ਼ ਹੈਗੀ ਹੈ ਜਦੋਂ ਪ੍ਰੈਗਨੈਂਸੀ ਕਨਫਰਮ ਹੋ ਜਾਂਦੀ ਹੈ, ਤੇ ਉਸ ਤੋਂ 1 ਮਹੀਨੇ ਬਾਅਦ ਸੈਕੰਡ ਡੋਜ਼ ਵੀ ਉਹਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ, ਯਾਨੀ TT ਦਾ ਇੰਜੈਕਸ਼ਨ ਉਹਦੇ ਲੱਗਦਾ, ਤੇ TT ਦੇ ਇੰਜੈਕਸ਼ਨ ਦੇ ਨਾਲ ਇੱਕ ਫੀਮੇਲ ਨੂੰ ਪੇਟ ਦਰਦ ਦੀ ਸਮੱਸਿਆ ਨਹੀਂ ਆਉਂਦੀ। ਤਾਂ ਵੈਕਸੀਨੇਸ਼ਨ ਇਜ਼ ਨਾਟ ਕਾਜ਼ ਆਫ ਐਬਡੋਮੀਨਲ पेन। फुल फॉर्म ऑफ IFA। IFA ਦੀ ਕੀ ਫੁੱਲ ਫਾਰਮ ਆ? IFA ਬੇਟਾ ਬੱਚੇ ਇੱਕ ਮਦਰ ਨੂੰ ਜਿਹੜਾ ਹੈਗਾ ਉਹ ਪ੍ਰੀ ਕੇਅਰ ਦੇ ਵਿੱਚ ਪ੍ਰੋਵਾਈਡ ਕੀਤੀ ਜਾਂਦੀ ਹੈ। IFA ਯਾਨੀ ਕਿ ਪ੍ਰੀਨੇਟਲ ਕੇਅਰ ਦੇ ਵਿੱਚ ਪ੍ਰੋਵਾਈਡ ਕੀਤੀ ਜਾਂਦੀ ਹੈ। ਤਾਂ ਪ੍ਰੀਨੇਟਲ ਕੇਅਰ ਦੇ ਵਿੱਚ ਜਿਹਨੂੰ IFA ਪ੍ਰੋਵਾਈਡ ਕੀਤੀ ਜਾਂਦੀ ਹੈ, ਇਹਦੀ ਫੁੱਲ ਫਾਰਮ ਕੀ ਹੈ? ਆਇਰਨ ਐਂਡ ਫੋਲਿਕ ਐਸਿਡ। IFA, I ਮਤਲਬ ਕਿ ਆਇਰਨ, F ਮਤਲਬ ਫੋਲਿਕ, A ਮਤਲਬ ਐਸਿਡ, ਜਿਹੜਾ ਕਿ ਇੱਕ ਫੀਮੇਲ ਨੂੰ ਮੈਡੀਸਨ ਹੁੰਦੀਆਂ ਨੇ ਜਿਹੜੀਆਂ ਕਿ ਖਾਣ ਲਈ ਦਿੱਤੀਆਂ ਜਾਂਦੀਆਂ, ਜਿਹੜੀਆਂ ਉਹਨੇ ਰੈਗੂਲਰ ਲੈਣੀਆਂ ਹੁੰਦੀਆਂ। then है बेटा the cause of anemia is the lack of mineral। ठीक है, ਜਿਹੜਾ सॉरी हाँ anemia ਦਾ cause ਕਿਹੜੇ ਮਿਨਰਲ ਦੀ ਕਮੀ ਕਰਕੇ ਹੁੰਦਾ? anemia ਕਿਹੜੇ ਮਿਨਰਲ ਦੀ ਕਮੀ ਕਰਕੇ ਹੁੰਦਾ? ਸਿੰਪਲ। ਤਾਂ ਜਿਹੜਾ anemia ਹੈ ਬੇਟਾ ਉਹ ਕਿਹਦੀ ਕਮੀ ਦੇ ਕਰਕੇ ਹੁੰਦਾ? ਆਇਰਨ ਦੇ ਕਰਕੇ, ਤੁਹਾਨੂੰ ਸਭ ਨੂੰ ਹੀ ਪਤਾ ਹੈ ਨਾ। ਤਾਂ ਇਹ ਜਿਹੜਾ ਹੈ ਸਾਡੇ ਲਹੂ ਤੇ ਕੋਸ਼ਕਾਵਾਂ ਦੇ ਵਿੱਚ ਮਿਲਣ ਵਾਲਾ ਮੇਨ ਤੱਤ ਹੁੰਦਾ ਆਇਰਨ। ਠੀਕ ਹੈ, ਬੋਨ ਮੈਰੋ ਤੇ ਜਿਹੜਾ ਹੈਗਾ ਹਨਾ ਜ਼ਰੂਰੀ ਹੁੰਦਾ ਇਹ, ਤੇ ਨਾਲ ਹੀ ਸਾਡੇ ਲਹੂ ਦੇ ਵਿੱਚ ਹੀਮੋਗਲੋਬਿਨ ਯਾਨੀ ਕਿ HB ਨੂੰ ਬਣਾਉਣ ਦੇ ਲਈ ਇੰਪੋਰਟੈਂਟ ਹੈ। ਇਸ ਕਰਕੇ ਜੇ ਆਇਰਨ ਦੀ ਕਮੀ ਹੋ ਜਾਂਦੀ ਹੈ ਤਾਂ ਅਨੀਮੀਆ ਦੀ ਸਮੱਸਿਆ ਯਾਨੀ ਕਿ ਖੂਨ ਦੀ ਕਮੀ ਹੋ ਜਾਂਦੀ ਹੈ।
ਆਇਓਡੀਨ ਦੀ ਗੱਲ ਕਰਦੇ ਆ ਤਾਂ ਆਇਓਡੀਨ ਜਿਹੜਾ ਹੈਗਾ ਮੈਟਾਬੋਲਿਜ਼ਮ ਨੂੰ ਨਿਸ਼ਚਿਤ ਕਰਦਾ। ਗਿੱਲੜ ਰੋਗ ਹੋ ਗਿਆ, ਜਿਵੇਂ ਗੋਇਟਰ ਰੋਗ ਤੁਸੀਂ ਸੁਣਿਆ ਹੋਣਾ, ਤਾਂ ਗਿੱਲੜ ਰੋਗ ਆ ਇਹਦੀ ਕਮੀ ਦੇ ਨਾਲ ਹੋ ਜਾਂਦਾ। ਵੀ ਬਹੁਤ ਹੀ ਇੰਪੋਰਟੈਂਟ ਕੁਐਸਚਨ ਆ ਤੇ ਇਹਨਾਂ ਬੱਚਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਆਇਓਡੀਨ ਘੱਟ ਆ ਉਹਨਾਂ ਦੇ ਲਈ IQ ਵੀ ਘੱਟ ਹੁੰਦਾ। ਕੈਲਸ਼ੀਅਮ ਦੀ ਗੱਲ ਕਰੀਏ ਤਾਂ ਕੈਲਸ਼ੀਅਮ ਆ ਜਿਹੜਾ ਦੰਦਾਂ ਹੱਡੀਆਂ ਨੂੰ ਮਜ਼ਬੂਤ ਕਰਦਾ, ਲਹੂ ਨੂੰ ਜੰਮਣ ਦੇ ਵਿੱਚ ਹੈਲਪਫੁਲ ਹੁੰਦਾ। ਠੀਕ ਹੈ। ਫਾਸਫੋਰਸ ਦੀ ਗੱਲ ਕਰਦੇ ਆ ਤਾਂ ਫਾਸਫੋਰਸ ਆ ਜਿਹੜਾ ਸਰੀਰ ਦੇ ਹਰ ਸੈੱਲ ਦੇ ਵਿੱਚ ਹੁੰਦਾ ਤੇ ਕੈਲਸ਼ੀਅਮ ਦੇ ਨਾਲ ਮਿਲ ਕੇ ਜਿਹੜਾ ਹੈਗਾ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਫਾਸਫੋਰਸ ਵੀ। ਬਟ ਸਾਡੇ ਕੋਲ ਸੀ ਅਨੀਮੀਆ ਦਾ ਕੀ ਕਾਜ਼ ਆ? ਤਾਂ ਅਨੀਮੀਆ ਦਾ ਕਾਜ਼ ਆਪਣੇ ਕੋਲ ਕੀ ਹੈ ਬੇਟਾ? ਆਇਰਨ। ਨੈਕਸਟ ਕੁਐਸਚਨ ਆਪਣੇ ਕੋਲ ਵਿਚ ਆਫ ਫੋਲੋਇੰਗ ਇਜ਼ ਕਿਲਡ ਐਂਡ ਇਨਐਕਟੀਵੇਟਡ ਵੈਕਸੀਨ। ਤਾਂ ਜਿਹੜੀ ਕਿਲਡ ਜਾਂ ਇਨਐਕਟੀਵੇਟਡ ਵੈਕਸੀਨ ਹੈਗੀ ਆ ਆਪਣੇ ਕੋਲ ਕਿਹੜੀ ਹੈਗੀ ਆ? ਤਾਂ ਆਪਣੇ ਕੋਲ ਬੇਟਾ ਦੋ ਤਰੀਕੇ ਦੀਆਂ ਵੈਕਸੀਨੇਸ਼ਨ ਹੁੰਦੀਆਂ ਨੇ, ਇੱਕ ਹੁੰਦੀ ਆ ਕਿਲਡ, ਇੱਕ ਹੁੰਦੀ ਆ ਲਾਈਵ। ਠੀਕ ਹੈ। ਜਿਹੜੀ ਹੋਗੀ ਬੇਟਾ ਲਾਈਵ ਉਹ ਹੁੰਦਾ ਜਿਵੇਂ ਆਪਾਂ ਕਹੀਏ ਜੋ ਆਪਣੇ ਕੋਲ ਇੱਕ ਕਿਲਡ ਆ ਇੱਕ ਲਾਈਵ ਆ। ਵੈਸੇ ਤੁਹਾਡਾ ਇਹ ਵੀ ਕਲਾਸ ਦੇ ਵਿੱਚ ਹੋ ਚੁੱਕਿਆ ਹੈ ਨਾ। ਤਾਂ ਲਾਈਵ ਹੈਗਾ ਜਿਹਦੇ ਵਿੱਚ ਅਸੀਂ ਪੈਥੋਜਨ ਨੂੰ ਮਾਰ ਕੇ ਜਿਹਦੇ ਤੋਂ ਵੀ ਆਪਾਂ ਜੋ ਦਵਾਈ ਵੀ ਬਣਾਉਣੀ ਹੁੰਦੀ ਆ, ਜੋ ਵੀ ਵੈਕਸੀਨ ਬਣਾਉਣੀ ਹੁੰਦੀ ਆ, ਉਸੇ ਪੈਥੋਜਨ ਨੂੰ ਮਾਰਿਆ ਨਹੀਂ ਜਾਂਦਾ, ਆਪਾਂ ਕਿ ਜਿਉਂਦਾ ਹੀ ਵੀਕ ਕਰ ਲਿਆ ਜਾਵੇ ਨਾ। ਜਿਵੇਂ ਹੁਣ ਕਰੋਨਾ ਦੀ ਆ, ਕਰੋਨਾ ਦੀ ਜਿਹੜੀ ਉਹ ਮੈਡੀਸਨ ਹੈਗੀ ਆ, ਇੱਕ ਹੈਗੀ ਕੋਵੈਕਸਿਨ, ਇੱਕ ਹੈਗੀ ਕੋਵਾਸ਼ੀਲਡ ਨਾ। ਤੇ ਜਿਹੜੀ ਕੋਵੈਕਸਿਨ ਹੈਗੀ ਆ ਬੇਟਾ ਉਹ ਲਾਈਵ ਆ, ਯਾਨੀ ਕਿ ਉਹਦੇ ਚ ਕੀ ਆ, ਕਮਜ਼ੋਰ ਕੀਤਾ ਗਿਆ, ਕਰੋਨਾ ਹਜੇ ਜਿਉਂਦਾ ਹੀ ਆ। ਠੀਕ ਹੈ। ਜੇ ਕਰੋਨਾ ਨੂੰ ਮਾਰ ਹੀ ਦਿੱਤਾ ਜਾਵੇ ਜਿਵੇਂ ਕਿ ਕੋਵਿਸ਼ੀਲਡ ਆ, ਤਾਂ ਕੋਵਿਸ਼ੀਲਡ ਦੇ ਵਿੱਚ ਕੀ ਆ, ਕਰੋਨਾ ਮਾਰਿਆ ਹੋਇਆ ਕਿਲਡ ਆ। ਠੀਕ ਹੈ। ਕੋਵਿਸ਼ੀਲਡ ਦੇ ਵਿੱਚ ਕੀ ਆ, ਕਰੋਨਾ ਨੂੰ ਮਾਰ ਕੇ ਉਹਨੂੰ ਖਤਮ ਕਰਕੇ ਉਹਨੂੰ ਬੋਡੀ ਦੇ ਵਿੱਚ ਇੰਜੈਕਟ ਕੀਤਾ ਜਾਂਦਾ ਹੈ, ਹੁੰਦੀਆਂ ਕਿਲਡ ਵੈਕਸੀਨੇਸ਼ਨ। ਜਿਹਦੇ ਪੈਥੋਜਨ ਬੇਟਾ ਵਾਇਰਸ ਦਾ ਹੀ ਪਾਰਟ ਹੁੰਦਾ ਜਿਹਦੇ ਨਾਲ ਰਿਲੇਟਡ ਤੁਸੀਂ ਮੈਡੀਸਿਨ ਬਣਾ ਰਹੇ ਹੋ। ਠੀਕ ਹੈ। ਤਾਂ ਇਹਦੇ ਚ ਆਪਣੇ ਤੋਂ ਇਹ ਪੁੱਛਿਆ ਕਿ ਕਿਹੜੀ ਕਿਲਡ ਐਂਡ ਇਨਐਕਟੀਵੇਟਡ ਵੈਕਸੀਨ ਆ। ਤਾਂ ਆਪਣੇ ਕੋਲ ਜਿਹੜੀ ਕਿਲਡ ਐਂਡ ਇਨਐਕਟੀਵੇਟਡ ਵੈਕਸੀਨ ਹੈ ਬੇਟਾ ਉਹ ਹੈ ਆਪਣੇ ਕੋਲ IPV। ਠੀਕ ਹੈ ਜੀ। IPV ਫੁੱਲ ਫਾਰਮ ਇੰਟਰ ਐਕਟੀਵੇਟਡ ਪੋਲੀਓ ਵੈਕਸੀਨ। ਠੀਕ ਹੈ। ਤੁਹਾਡੀਆਂ ਆਲਮੋਸਟ ਹੋ ਹੀ ਚੁੱਕੀਆਂ। BCG OPV ਹੁੰਦੀ ਆ ਔਰਲ ਪੋਲੀਓ ਵੈਕਸੀਨ, ਜਿਹੜੀ ਤੁਸੀਂ ਮੂੰਹ ਦੇ ਰਾਹੀਂ 2 ਡ੍ਰੌਪਸ ਨਾ ਬੱਚੇ ਨੂੰ ਦਿੱਤੀਆਂ ਜਾਂਦੀਆਂ। ਇਹ ਸਾਡੇ ਕੋਲ ਲਾਈਵ ਹੀ ਨੇ। ਠੀਕ ਹੈ। ਤੇ ਮੀਜ਼ਲਸ ਦੀ ਜਿਹੜੀ ਵੈਕਸੀਨ ਹੈਗੀ ਉਹ ਵੀ ਆਪਣੇ ਕੋਲ ਲਾਈਵ ਆ। ਲਾਈਵ ਦੀ ਗੱਲ ਕਰਦੇ ਆ ਤਾਂ BCG OPV। ਠੀਕ ਹੈ। ਰੁਬੇਲਾ ਹੋ ਗਿਆ, ਯੈਲੋ ਫੀਵਰ ਹੋ ਗਿਆ, ਮੀਜ਼ਲ ਹੋ ਗਏ, ਮੰਪ ਹੋ ਗਏ, ਇਨਫਲੂਐਂਜ਼ਾ ਹੋ ਗਿਆ। ਠੀਕ ਹੈ। ਟਾਈਫਾਈਡ ਹੋ ਗਿਆ, ਚਿਕਨ ਪੌਕਸ, ਇੰਡੈਮਿਕ ਟਾਈਫਸ ਹੋ ਗਿਆ, ਸਾਰੀਆਂ ਹੀ ਸਾਡੇ ਕੋਲ ਲਾਈਵ ਵੈਕਸੀਨ ਨੇ। ਜੇ ਅਸੀਂ ਕਿਲਡ ਦੀ ਗੱਲ ਕਰਦੇ ਹਾਂ ਤਾਂ ਕਿਲਡ ਦੇ ਵਿੱਚ ਆਪਣੇ ਕੋਲ ਮੋਸਟ ਇੰਪੋਰਟੈਂਟ ਪਰਟਿਊਸਿਸ। ਠੀਕ ਹੈ। ਪਰਟਿਊਸਿਸ ਦੀ ਜਿਹੜੀ ਹੈਗੀ ਆ ਵੈਕਸੀਨ, ਰੈਬਿਸ ਦੀ ਵੈਕਸੀਨ ਹੋਗੀ, ਜਾਨੀ ਕਿ ਰੋਟਾ ਵੀ ਹੋਗੀ। ਠੀਕ ਹੈ। ਜਾਂ ਆਪਾਂ ਕਹਿ ਦਈਏ IPV ਹੋਗੀ, ਹੈਪੇਟਾਈਟਸ A ਵੀ ਹੋ ਗਏ। ਠੀਕ ਹੈ। ਇਹ ਸਾਰੇ ਹੀ ਆਪਣੇ ਕੋਲ ਕਿਹੜੀਆਂ ਨੇ ਜੀ? ਕਿਲਡ ਵੈਕਸੀਨੇਸ਼ਨ। ਨੈਕਸਟ ਕੁਐਸਚਨ ਆਪਣੇ ਕੋਲ ਨੈਕਸਟ ਐਂਡ ਲਾਸਟ, ਵਿਚ ਆਫ ਫੋਲੋਇੰਗ ਵੈਕਸੀਨ ਨਾਟ ਗਿਵਨ ਐਟ ਬਰਥ। ਤੁਸੀਂ ਸ਼ਡਿਊਲ ਕੀਤਾ ਹੋਇਆ ਮੇਰੇ ਨਾਲ ਕਲਾਸ ਦੇ ਵਿੱਚ ਹੈ ਨਾ। ਤਾਂ ਸਾਡੇ ਕੋਲ ਕਿਹੜਾ ਹੈ ਜਿਹੜਾ ਵੈਕਸੀਨ, ਜਿਹੜੀ ਵੈਕਸੀਨ ਐਟ ਬਰਥ ਨਹੀਂ ਦਿੱਤੀ ਜਾਂਦੀ? ਵੈਸੇ ਵੀ ਤੁਹਾਡਾ ਇਹ ਹੋ ਚੁੱਕਿਆ ਨਾ, ਮੈਂ ਦੱਸ ਚੁੱਕੀ ਹਾਂ। BCG ਡੈਫੀਨੇਟਲੀ ਐਟ ਬਰਥ ਹੀ ਦਿੱਤੀ ਜਾਂਦੀ ਹੈ, ਇੱਕ ਹੀ ਡੋਜ਼ ਆ। OPV ਦੀਆਂ ਨਾ ਬੇਟਾ ਵੈਸੇ ਜੀ 0 ਡੋਜ਼ ਨੂੰ ਵੀ ਇਨਕਲੂਡ ਕਰ ਲਈਏ 6 ਬਣ ਗਿਆ। ਵੈਸੇ ਮੇਨ 5 ਡੋਜ਼ ਹੁੰਦੀਆਂ, 6ਵੇਂ ਵੀਕ, 10ਵੇਂ ਵੀਕ, ਠੀਕ ਹੈ, 14ਵੇਂ ਵੀਕ ਤੇ ਉਸ ਤੋਂ ਬਾਅਦ 2 ਜਿਹੜੀਆਂ ਹੈਗੀਆਂ ਬੂਸਟਰ ਪ੍ਰੋਵਾਈਡ ਕੀਤੀਆਂ ਜਾਂਦੀਆਂ ਪੈਂਟਾਵੈਲੈਂਟ ਦੇ ਨਾਲ। ਠੀਕ ਹੈ। ਤਾਂ ਜਿਹੜੀ ਸਾਡੇ ਕੋਲ OPV ਹੈ ਬੇਟਾ, OPV ਦੀ 0 ਡੋਜ਼ ਜਿਹੜੀ ਹੈਗੀ ਉਹ ਵੀ ਐਟ ਬਰਥ ਦਿੱਤੀ ਜਾਂਦੀ ਆ ਮੂੰਹ ਦੇ ਰਾਹੀਂ 2 ਡ੍ਰੌਪਸ। ਠੀਕ ਹੈ। ਅੱਜ ਕੱਲ ਹੈਪੇਟਾਈਟਸ B ਵੀ, ਵੈਸੇ ਤਾਂ ਸ਼ਡਿਊਲ ਪੁਰਾਣਾ ਜੇ ਮੰਨ ਕੇ ਚੱਲੀਏ 6, 10 ਤੇ 14 ਦਾ ਸ਼ਡਿਊਲ ਹੀ ਆ ਵੀਕਸ ਹੈ ਨਾ, 6ਵਾਂ ਵੀਕ, 10ਵਾਂ ਵੀਕ, 14ਵਾਂ ਵੀਕ। ਬਟ ਹੈਪੇਟਾਈਟਸ ਵੀ ਹੁਣ ਜਿਹੜੀ ਹੈ ਕਾਫੀ ਬਰਥ ਦੇ ਟਾਈਮ ਹੀ ਲਗਾ ਦਿੱਤੀ ਜਾਂਦੀ ਹੈ। ਬਟ ਜਿਹੜੀ DPT ਹੈ, ਡਿਪਥੀਰੀਆ, ਪਰਟਿਊਟਸ ਤੇ ਟੈਟਨਸ, ਠੀਕ ਹੈ, ਤੁਹਾਡਾ ਹੋ ਚੁੱਕਿਆ ਡਿਪਥੀਰੀਆ, ਪਰਟਿਊਟਸ ਤੇ ਟੈਟਨਸ। ਇਹਨਾਂ ਤਿੰਨਾਂ ਦੀ ਜਿਹੜੀ ਵੈਕਸੀਨ ਲੱਗਦੀ ਹੈ ਉਹਦੀ ਫਰਸਟ ਡੋਜ਼ 6ਵੇਂ ਵੀਕ ਦੇ ਵਿੱਚ ਹੀ ਪ੍ਰੋਵਾਈਡ ਕੀਤੀ ਜਾਂਦੀ ਹੈ, ਉਸ ਤੋਂ ਬਾਅਦ 10ਵੇਂ ਵੀਕ ਦੇ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਇਹਦੀਆਂ 14ਵੇਂ ਵੀਕ ਦੇ ਵਿੱਚ DPT ਦਾ ਇੰਜੈਕਸ਼ਨ ਪ੍ਰੋਵਾਈਡ ਕੀਤਾ ਜਾਊਗਾ। ਠੀਕ ਹੈ। ਨਾਲ ਹੀ ਜੇ ਆਪਾਂ ਗੱਲ ਕਰੀਏ ਤਾਂ ਇਸ ਤੋਂ ਬਾਅਦ ਜਿਹੜੀਆਂ 2 ਬੂਸਟਰ ਦਿੱਤੀਆਂ ਜਾਂਦੀਆਂ 16 ਤੋਂ 24 ਵੀਕ, 24 ਮੰਥ ਦੇ ਵਿੱਚ ਬਿਟਵੀਨ, ਤੇ ਲਾਸਟ ਬੂਸਟਰ ਜਿਹੜੀ ਹੈਗੀ ਆ ਉਹ 5 ਈਅਰ ਦੇ ਟਾਈਮ ਦੇ ਵਿੱਚ ਪ੍ਰੋਵਾਈਡ ਕੀਤੀ ਜਾਊਗੀ। ਠੀਕ ਹੈ। ਤਾਂ DPT ਜਿਹੜਾ ਹੈਗਾ ਉਹ ਡੈਫੀਨੇਟਲੀ 6ਵੇਂ ਵੀਕ ਦੇ ਵਿੱਚ ਹੀ ਬੱਚੇ ਨੂੰ ਪ੍ਰੋਵਾਈਡ ਕੀਤਾ ਜਾਊਗਾ। ਠੀਕ ਹੈ ਜੀ। ਤਾਂ ਇਹ ਸੀਗਾ ਜੀ ਤੁਹਾਡਾ ਅੱਜ ਦੇ MCQ ਡਿਸਕਸ਼ਨ। ਨੈਕਸਟ ਕਲਾਸ ਦੇ ਵਿੱਚ ਨੈਕਸਟ ਸੀਰੀਜ਼ ਲੈ ਕੇ ਮਿਲਾਂਗੇ। ਥੈਂਕ ਯੂ ਸੋ ਮਚ।